ਬਹੁਤ ਸਾਰੇ ਲੀਡਰ ਨੇ ਜਿਹੜੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਿਆਸਤ ਕੀਤੀ ਜਾਂ ਉਹਨਾਂ ਦੇ ਪਿਤਾ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਸਿਆਸਤ ਕੀਤੀ। ਸੋ ਇਹ ਇੱਕ ਲੰਬਾ ਸਮਾਂ 75 ਸਾਲ ਪੰਜਾਬ ਦੀ ਸਿਆਸਤ ਦੇ ਵਿੱਚੋਂ ਰਹੇ ਨੇ। ਬਤੌਰ ਸਿਆਸਤਦਾਨ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਸ ਤਰ੍ਹਾਂ ਦੇਖਦੇ ਸੀ? ਉਹਨਾਂ ਤੋਂ ਵੱਡੀ ਉਮਰ ਦਾ ਕੋਈ ਵੀ ਸਿਆਸਤਦਾਨ ਜਿਹੜਾ ਹੈ ਹਿੰਦੁਸਤਾਨ 'ਚ ਹੈ ਨਹੀਂ। ਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਓਪੋਜੀਸ਼ਨ ਲੀਡਰ ਸੀਗੇ, ਬੜੀਆਂ ਵੀਡੀਓ ਅੱਜ ਵੀ ਵਾਇਰਲ ਹੁੰਦੀਆਂ ਨੇ। ਸਾਡੇ ਘਰ 'ਚ ਚੌਧਰੀ ਇੱਕੋ ਹੀ ਹੁੰਦਾ ਤੇ ਵੈਸੇ ਵੀ ਤੁਸੀਂ ਉਮਰ 'ਚ ਵੱਡੇ ਹੋ, ਮੈਨੂੰ ਚੌਧਰੀ ਕਹਿਣ ਦੇ ਬਜਾਏ ਸੁਨੀਲ ਕਹਿ ਕੇ ਬੁਲਾਇਆ ਕਰੋ, ਮੈਂ ਤੁਹਾਡੇ ਬੇਟੇ ਦੀ ਉਮਰ ਦਾ। 1977 'ਚ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਜੀ ਲੀਡਰ ਆਫ ਓਪੋਜੀਸ਼ਨ ਬਣੇ ਸੀਗੇ। ਕਹਿੰਦਾ ਵੱਡੇ ਚੌ ਸਾਹਿਬ ਵੀ ਅਸੀਂ ਕੁਰਸੀ ਤੇ ਬੈਠੇ ਸੀਗੇ ਤਾਂ ਸਲੀਕਾ ਹੀ ਕੁਝ ਔਰ ਸੀ। ਉਹ ਜਿਵੇਂ ਗੱਲ ਬੜੀ ਮਿੱਠੀ ਜੀ ਤੇ ਪੋਲੀ ਜੀ ਗੱਲ ਕਹਿ ਕੇ ਸਾਰਾ ਕੁਝ ਸਮੇਟ ਦਿੰਦੇ ਸੀ ਤੇ ਕਹਿਣ ਵਾਲੀ ਗੱਲ ਕਹਿ ਵੀ ਦਿੰਦੇ ਸੀਗੇ। ਸਾਡੇ ਖੇਤ ਫਾਰਮ ਦੇ ਉੱਤੇ ਬਾਦਲ ਸਾਹਿਬ ਰੁਕ ਕੇ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਬਾਗ ਦੇਖਿਆ, ਉਹਨਾਂ ਨੇ ਨਰਸਰੀ ਦੇਖੀ, ਸਾਰਿਆਂ ਨਾਲ ਸਲਾਹ ਕੀਤੀ। ਡਾਕਟਰ ਮਨਮੋਹਨ ਸਿੰਘ ਆ ਕੇ ਬੈਠੇ ਹੈ ਜੀ ਡਰਾਇੰਗ ਰੂਮ ਦੇ ਅੰਦਰ ਉੱਥੇ ਗਵਰਨਰ ਹਾਊਸ 'ਚ। ਉਹ ਕਹਿੰਦੇ ਜੀ ਪਹਿਲਾਂ ਕੁਚੋ ਸਾਹਿਬ ਤੁਹਾਨੂੰ ਕੁਝ ਕਹਿਣਗੇ, ਤਾਂ ਉਹਨਾਂ ਦਾ ਬੜਪਣ ਸੀ, ਮੈਨੂੰ ਬੋਲਣ ਦਾ ਮੌਕਾ ਦਿੱਤਾ ਉਹਨਾਂ ਨੇ। ਕੁਝ ਦਿਨਾਂ ਬਾਅਦ ਫੋਨ ਆਉਂਦਾ ਬਾਦਲ ਸਾਹਿਬ ਦਾ ਮੇਰੇ ਕੋਲ, ਚੋ ਸਾਹਿਬ ਧਿਆਨ ਹੋਇਆ ਆਪਾਂ ਦੋਨਾਂ ਨੇ ਮਿਲ ਕੇ ਬੇਨਤੀ ਕੀਤੀ ਸੀ ਪ੍ਰਧਾਨ ਮੰਤਰੀ ਨੂੰ। ਅੱਜ ਉਹਨਾਂ ਨੇ ਮੈਨੂੰ ਬੁਲਾਇਆ ਪਲੈਨਿੰਗ ਕਮਿਸ਼ਨ ਨਾਲ ਟਾਈਮ ਲੈ ਕੇ ਤੇ ਤੁਸੀਂ ਚੱਲੋਗੇ ਨਾਲ। ਮੈਂ ਸਮਝਦਾ ਮੈਨੂੰ ਨਿੱਜੀ ਤੌਰ ਤੇ ਇੱਕ ਬਹੁਤ ਵੱਡਾ ਘਾਟਾ ਮੈਂ ਮਹਿਸੂਸ ਕਰਦਾ, ਕਿਉਂਕਿ ਬਹੁਤ ਕੁਝ ਸਿੱਖਿਆ ਉਹਨਾਂ ਤੋਂ। ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਗਿਲਕੋ ਪ੍ਰੈਜ਼ੈਂਟਸ ਵਿਚਾਰ ਤਕਰਾਰ। ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ, 10 ਵਾਰ ਵਿਧਾਇਕ ਰਹੇ ਪ੍ਰਕਾਸ਼ ਸਿੰਘ ਬਾਦਲ 95 ਸਾਲਾਂ ਦੀ ਉਮਰ ਭੋਗ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਦਾ ਦੇਹਾਂਤ ਪਿਛਲੇ ਦਿਨੀ ਹੋਇਆ, ਕੱਲ੍ਹ ਅੰਤਮ ਸੰਸਕਾਰ ਕੀਤਾ ਗਿਆ ਤੇ ਅੱਜ ਅੰਗੀਠਾ ਸੰਭਾਲਣ ਦੀ ਰਸਮ ਹੈ ਜਿਹੜੀ ਉਹ ਪਰਿਵਾਰ ਵੱਲੋਂ ਮੁਕੰਮਲ ਕਰ ਲਈ ਗਈ ਹੈ। ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨਾ ਸਿਰਫ ਆਪਣੀ ਪਾਰਟੀ ਬਲਕਿ ਵਿਰੋਧੀ ਪਾਰਟੀਆਂ ਦੇ ਵਿੱਚ ਵੀ ਜਿੰਨੇ ਆਗੂ ਜਾਂ ਸਿਆਸਤਦਾਨ ਹੁੰਦੇ ਨੇ ਉਹਨਾਂ ਨਾਲ ਵੀ ਉਹ ਬੜੇ ਠਰਮੇ ਨਾਲ, ਬੜੀ ਨਰਮੀ ਨਾਲ ਪੇਸ਼ ਆਉਂਦੇ ਸੀਗੇ। ਇਸੇ ਕਰਕੇ ਜਿਹੜੇ ਉਹਨਾਂ ਦੇ ਵਿਰੋਧੀ ਪਾਰਟੀਆਂ ਦੇ ਵਿੱਚ ਰਹਿਣ ਵਾਲੀਆਂ ਸ਼ਖਸੀਅਤਾਂ ਨੇ, ਪੋਲੀਟੀਕਲ ਪਾਰਟੀਆਂ ਦੇ ਲੋਕ ਨੇ, ਉਹ ਵੀ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਨਾਲ ਜੋ ਬੀਤਿਆ ਹੁੰਦਾ ਉਸ ਨੂੰ ਯਾਦ ਕਰਦੇ ਨੇ। ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਦਰਵੇਸ਼ ਸਿਆਸਤਦਾਨ ਸੀ ਜਿਸ ਨੇ ਇਹ ਨਹੀਂ ਦੇਖਿਆ ਕਿ ਇਹ ਵਿਰੋਧੀ ਧਿਰ ਦਾ ਕੋਈ ਲੀਡਰ ਹੈ ਜਾਂ ਉਹਨਾਂ ਦੀ ਆਪਣੀ ਪਾਰਟੀ ਦਾ ਕੋਈ ਲੀਡਰ ਹੈ। ਉਸੇ ਤਰੀਕੇ ਨਾਲ ਬਿਹੇਵ ਕੀਤਾ ਜਾਂਦਾ ਸੀ ਜੋ ਆਪਣੀ ਪਾਰਟੀ ਦੇ ਲੀਡਰ ਨਾਲ ਕੀਤਾ ਜਾਂਦਾ ਸੀ ਤੇ ਬਾਕੀਆਂ ਨਾਲ ਕੀਤਾ ਜਾਂਦਾ ਸੀ। ਬਹੁਤ ਸਾਰੇ ਲੀਡਰ ਨੇ ਜਿਹੜੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਿਆਸਤ ਕੀਤੀ ਜਾਂ ਉਹਨਾਂ ਦੇ ਪਿਤਾ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਸਿਆਸਤ ਕੀਤੀ। ਸੋ ਇਹ ਇੱਕ ਲੰਬਾ ਸਮਾਂ 75 ਸਾਲ ਪੰਜਾਬ ਦੀ ਸਿਆਸਤ ਦੇ ਵਿੱਚੋਂ ਰਹੇ ਨੇ ਔਰ ਇਹਨਾਂ 75 ਸਾਲਾਂ ਦੇ ਵਿੱਚ ਜੋ ਕੁਝ ਕਮਾਇਆ, ਜੋ ਕੁਝ ਉਹਨਾਂ ਨੇ ਖੱਟਿਆ, ਉਹਨਾਂ ਦੇ ਅੰਤਮ ਸੰਸਕਾਰ ਤੇ ਸਭ ਨੇ ਦੇਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਤੌਰ ਤੇ ਸ਼ਰਧਾਂਜਲੀ ਦੇਣ ਆਏ, ਦੁੱਖ ਵੰਡਾਉਣ ਆਏ ਪਰਿਵਾਰ ਦੇ ਨਾਲ। ਇਸ ਤੋਂ ਇਲਾਵਾ ਜਿੰਨੀਆਂ ਵੀ ਹੋਰ ਪੋਲੀਟੀਕਲ ਪਾਰਟੀਆਂ ਦੇ ਸੀਗੇ, ਭਾਵੇਂ ਉਹ ਬੀਜੇਪੀ ਦੇ ਕਿਉਂ ਨਾ ਹੋਣ, ਆਮ ਆਦਮੀ ਪਾਰਟੀ ਦੇ ਕਿਉਂ ਨਾ ਹੋਣ, ਕਾਂਗਰਸ ਦੇ ਕਿਉਂ ਨਾ ਹੋਣ, ਸਾਰੇ ਹੀ ਇਕਸੁਰਤਾ ਦੇ ਵਿੱਚ ਦਿਖਾਈ ਦਿੱਤਾ ਕਿ ਇਹ ਪਾਰਟੀ ਲੈਵਲ ਤੋਂ ਉੱਠ ਕੇ ਅਸੀਂ ਇੱਥੇ ਆਏ ਹਾਂ। ਸਾਡੇ ਨਾਲ ਅੱਜ ਖਾਸ ਮਹਿਮਾਨ ਜੁੜੇ ਹੋਏ ਨੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਗੱਲਬਾਤ ਕਰਨਗੇ। ਉਹਨਾਂ ਦੇ ਨਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜੇ ਉਹ ਗੈਸਟ ਨੇ ਉਹ ਵੀ ਪੰਜਾਬ ਦੀ ਸਿਆਸਤ ਦੇ ਇੱਕ ਧਾਕੜ ਆਗੂ ਨੇ। ਸੁਨੀਲ ਜਾਖੜ ਸਾਹਿਬ ਸੀਨੀਅਰ ਬੀਜੇਪੀ ਆਗੂ ਨੇ, ਸਾਡੇ ਨਾਲ ਮੌਜੂਦ ਨੇ। ਜਾਖੜ ਸਾਹਿਬ ਦਾ ਗੱਲਬਾਤ ਕਰਨ ਦਾ ਰਵੱਈਆ ਇਹ ਵੀ ਬਹੁਤ ਚਰਚਾ ਦੇ ਵਿੱਚ ਰਹਿੰਦਾ ਕਿ ਜਾਖੜ ਸਾਹਿਬ ਵੀ ਬੜੇ ਠਰਮੇ ਨਾਲ, ਬੜੀ ਨਰਮੀ ਦੇ ਨਾਲ, ਬੜੀ ਬੇਬਾਕੀ ਦੇ ਨਾਲ ਆਪਣੀ ਗੱਲਬਾਤ ਹੈ ਜਿਹੜੀ ਉਹ ਰੱਖਦੇ ਨੇ। ਬਹੁਤ ਬਹੁਤ ਸਵਾਗਤ ਹੈ ਜਾਖੜ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ। ਜੀ ਜੀ ਜਾਖੜ ਸਾਹਿਬ, ਸਭ ਤੋਂ ਪਹਿਲਾ ਸਵਾਲ, ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਤੁਹਾਨੂੰ ਵੀ ਇੱਕ ਲੰਬਾ ਸਮਾਂ ਹੋ ਗਿਆ, ਤੁਹਾਡੇ ਫਾਦਰ ਸਾਹਿਬ ਨੇ ਵੀ ਬਹੁਤ ਲੰਬਾ ਸਮਾਂ ਇੱਥੇ ਗੁਜ਼ਾਰਿਆ, ਪ੍ਰਕਾਸ਼ ਸਿੰਘ ਬਾਦਲ, ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਤੁਸੀਂ LOP ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ, ਉਦੋਂ ਬੜੇ ਹਾਸੋਹੀਣੇ ਅੰਦਾਜ਼ ਦੇ ਵਿੱਚ ਤੁਹਾਡੀਆਂ ਗੱਲਾਂ ਹੁੰਦੀਆਂ ਸੀ। ਜਿੱਦਾਂ ਦੇ ਤੰਜ ਵੀ ਕੱਸੇ ਜਾਂਦੇ ਸੀ ਤਾਂ ਉਹ ਬੜੇ ਹਲਕੇ ਫੁਲਕੇ ਮਿਜਾਜ਼ ਦੇ ਵਿੱਚ ਕੱਸੇ ਜਾਂਦੇ ਸੀ। ਉਹ ਫਰਕ ਤੇ ਅੱਜ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੁੰਦਾ ਉਹਦਾ ਫਰਕ ਯਕੀਨਨ ਤੌਰ ਤੇ ਤੁਹਾਨੂੰ ਨਜ਼ਰ ਆਉਂਦਾ ਹੋਏਗਾ। ਬਤੌਰ ਸਿਆਸਤਦਾਨ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਸ ਤਰ੍ਹਾਂ ਦੇਖਦੇ ਸੀ? ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬਾਦਲ ਸਾਹਿਬ ਦੇ ਅੱਜ ਅਕਾਲ ਚਲਾਣਾ ਜਦੋਂ ਕੀਤਾ ਹੈ ਜੀ, ਉਹਦੇ ਵਾਸਤੇ ਮੈਂ ਸਮਝਦਾ ਸਾਰਾ ਅੱਜ ਪੰਜਾਬ ਹੀ ਨਹੀਂ, ਚਾਹੇ ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਤਾਂ ਹੀ ਉਹਨਾਂ ਦਾ ਫੋਕਸ ਸੀਗਾ ਰਾਜਨੀਤੀ ਦਾ, ਪਰ ਉਹਨਾਂ ਦਾ ਜਿਹੜਾ
ਜਲਵਾ ਕਹਿ ਲਓ, ਜਾਂ ਜਿਹਨਾਂ ਉਹਨਾਂ ਦੀ ਧਮਕ, ਜਿਵੇਂ ਕਹਿੰਦੇ ਨੇ ਨੱਚਾ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਜੀ ਪੂਰੇ ਹਿੰਦੁਸਤਾਨ ਦੇ ਅੰਦਰ। ਮੈਂ ਸਮਝਦਾ ਵੀ ਅੱਜ ਦੇ ਦਿਨ ਜਦੋਂ ਉਹਨਾਂ ਨੇ ਆਪਣਾ ਸੰਸਾਰਿਕ ਜੀਵਨ ਖਤਮ ਕਰਕੇ ਗਏ ਹੈ ਜੀ, ਉਹਨਾਂ ਤੋਂ ਵੱਡੀ ਉਮਰ ਦਾ ਕੋਈ ਵੀ ਸਿਆਸਤਦਾਨ ਜਿਹੜਾ ਹੈ ਹਿੰਦੁਸਤਾਨ 'ਚ ਹੈ ਨਹੀਂ। ਸੀਨੀਅਰ ਮੋਸਟ ਹਿੰਦੁਸਤਾਨ ਦੇ ਆਗੂ ਅੱਜ ਉਹ ਸੀਗੇ ਜਿਨ੍ਹਾਂ ਨੇ ਪੰਜਾਬ ਦੀ ਤੇ ਦੇਸ਼ ਦੀ ਸੇਵਾ ਜਿਹੜੀ ਕੀਤੀ ਹੈ। ਇੱਕ ਤੁਸੀਂ ਉਹਨਾਂ ਨੂੰ ਸਿਆਸਤਦਾਨ ਦੇ ਰੂਪ 'ਚ ਉਹਨਾਂ ਨੂੰ ਸਮੇਟਣਾ, ਉਹਨਾਂ ਦੀ ਸ਼ਖਸੀਅਤ ਨੂੰ, ਮੈਂ ਸਮਝਦਾ ਉਹਨਾਂ ਦੇ ਨਾਲ ਨਾਇਨਸਾਫੀ ਹੋਊਗੀ। ਬਿਲਕੁਲ, ਕਿਉਂਕਿ ਸਿਆਸਤਦਾਨ ਦੇ ਤੌਰ ਤੇ ਤਾਂ ਚਾਹੇ ਮੇਰੇ ਉਹਨਾਂ ਦੇ ਨਾਲ ਬਹੁਤ ਸਾਰੇ ਮਤਭੇਦ ਰਹੇ ਹੋਣੇ ਹੈ, ਰਹੇ ਵੀ, ਤੇ ਬੜੇ ਖੁੱਲ੍ਹ ਕੇ ਉਹਨਾਂ ਨਾਲ ਗੱਲਬਾਤ ਵੀ ਉੱਥੇ ਹੁੰਦੀ ਨਹੀਂ ਹੈ, ਵਿਧਾਨ ਸਭਾ 'ਚ ਤੇ ਬਾਹਰ ਵੀ। ਪਰ ਇੱਕ ਇਨਸਾਨ ਦੇ ਨਾਤੇ ਜੀ, ਤੁਸੀਂ ਦਰਵੇਸ਼ ਤੇ ਜਿਸ ਤਰ੍ਹਾਂ ਪੇਪਰਸ ਅੱਜ ਕਹਿ ਰਹੇ ਹੈ ਇਜ਼ ਅ ਜੈਂਟਲਮੈਨ ਪੋਲੀਟੀਸ਼ੀਅਨ, ਇੱਕ ਬੜਾ ਰੇਅਰ ਕੰਬੀਨੇਸ਼ਨ ਹੈ ਹਰਪ੍ਰੀਤ ਜੀ। ਜੀ, ਇੱਕ ਬੰਦਾ ਅੱਛਾ ਇਨਸਾਨ ਹੋ ਸਕਦਾ ਹੈ ਪਰ ਉਹ ਰਾਜਨੀਤੀ ਦੇ ਫੀਲਡ 'ਚ ਕਾਮਯਾਬ ਨਹੀਂ ਹੁੰਦੇ। ਬਿਲਕੁਲ, ਇੱਕ ਬੰਦਾ ਸਿਆਸਤਦਾਨ ਹੋ ਸਕਦਾ ਹੈ ਤੇ ਅੱਛਾ ਇਨਸਾਨ ਨਹੀਂ ਹੁੰਦਾ। ਤੇ ਅੱਜ ਦੇ ਦੌਰ ਤੇ ਤਾਂ ਤੁਸੀਂ ਦੇਖੋ ਪਿਛਲੇ ਕੁਝ ਸਮੇਂ ਤੋਂ ਜਿਹੜੇ ਸਿਆਸਤਦਾਨ ਹੈ, ਸਿਆਸਤਦਾਨ ਦਾ ਇੱਕ ਅੱਛਾ ਬੰਦਾ ਹੋਣ ਤੇ ਸ਼ਾਇਦ ਲੋਕ ਯਕੀਨ ਵੀ ਨਹੀਂ ਕਰਦੇ, ਕਿਉਂਕਿ ਅੱਜ ਦੇ ਦਿਨ ਹਾਲਾਤ ਆ ਬਣੇ ਵੀ ਕਿਸੇ ਨੂੰ ਗਾਲ ਨਾ ਕੱਢਣੀ ਹੋਵੇ ਤੇ ਉਹਨੂੰ ਲੀਡਰ ਆਖ ਦਿਓ, ਦੈਟ ਇਜ਼ ਗੁੱਡ ਇਨਫ, ਵੀ ਲੀਡਰ ਆਖਤਾ ਕਿਉਂ ਮੈਨੂੰ ਗਾਲਾਂ ਕੱਢੀਆਂ ਨੇ। ਇਸ ਮਾਹੌਲ ਦੇ ਅੰਦਰ ਬਾਦਲ ਸਾਹਿਬ ਨੇ ਇੰਨਾ ਲੰਬਾ ਆਪਣਾ ਰਾਜਨੀਤਿਕ ਜੀਵਨ ਇੱਕ ਬਹੁਤ ਹੀ ਵਧੀਆ ਇਨਸਾਨ ਦੇ ਤੌਰ ਤੇ, ਕਹੇ ਜੀ ਸ਼ਖਸੀਅਤ ਦੇ ਤੌਰ ਤੇ ਗੁਜ਼ਾਰਿਆ, ਜਿਹਦੇ ਵਾਸਤੇ ਮੇਰੇ ਕੋਲ ਸ਼ਬਦ ਹੈ ਨਹੀਂ। ਬਿਲਕੁਲ ਠੀਕ। ਦੇਖੋ ਅੱਜ ਬਾਦਲ ਸਾਹਿਬ ਦੇ ਪਰਿਵਾਰ ਨੂੰ, ਉਹਨਾਂ ਦੇ ਸੁਖਬੀਰ ਬਾਦਲ ਜੀ ਨੂੰ, ਪਰਨੀਤ ਕੌਰ ਜੀ ਉਹਨਾਂ ਦੀ ਬੇਟੀ ਨੂੰ, ਉਹਨਾਂ ਦੇ ਬਾਕੀ ਪਰਿਵਾਰ ਨੂੰ ਤਾਂ ਜਿਹੜਾ ਘਾਟਾ ਪਿਆ ਹੀ ਪਿਆ। ਮੈਂ ਬਾਰ-ਬਾਰ ਆਈ ਜਿਸ ਦਿਨ ਪਤਾ ਲੱਗਿਆ ਦੁਖਦਾਈ ਘਟਨਾ ਹੋਈ ਹੈ ਜਦੋਂ ਉਹਨਾਂ ਦੇ ਉਹ ਆਪਣੇ ਸਵਾਸ ਤੇ ਆ ਕੇ ਗਏ ਹੈ ਜੀ, ਮੈਂ ਸਮਝਦਾ ਮੈਨੂੰ ਨਿੱਜੀ ਤੌਰ ਤੇ ਇੱਕ ਬਹੁਤ ਵੱਡਾ ਘਾਟਾ ਮੈਂ ਵੀ ਮਹਿਸੂਸ ਕਰਦਾ, ਕਿਉਂਕਿ ਬਹੁਤ ਕੁਝ ਸਿੱਖਿਆ ਉਹਨਾਂ ਤੋਂ। ਜੀ, ਇਕੱਲਾ ਸਿੱਖਿਆ ਹੀ ਨਹੀਂ, ਇੱਕ ਪਰਿਵਾਰ ਦੇ ਅੰਦਰ ਜਿਸ ਤਰ੍ਹਾਂ ਇੱਕ ਵਡੇਰੇ ਦਾ, ਇੱਕ ਬਜ਼ੁਰਗ ਦਾ ਆਸ਼ੀਰਵਾਦ ਰਹਿੰਦਾ, ਇੱਕ ਮਾਰਗਦਰਸ਼ਨ ਰਹਿੰਦਾ ਹੈ, ਇੱਕ ਡਾਇਰੈਕਸ਼ਨ, ਇੱਕ ਸਹੀ ਕੰਪਸ ਜਿਹਨੂੰ ਕਹਿ ਸਕਦੇ ਹੋ ਨਾ, ਕੰਪਸ ਇਨ ਪੋਲੀਟੀਕਲ ਲਾਈਫ, ਵੀ ਕਿਹੜੇ ਪਾਸੇ ਸਹੀ ਹੈ ਤੇ ਕਿਹੜਾ ਪਾਸਾ ਗਲਤ ਤੁਰੇ ਜਾਂਦੇ ਹੋ। ਮੈਂ ਉਹਨਾਂ ਤੋਂ ਬਹੁਤ ਕੁਝ ਇਸ ਗੱਲ ਵਾਸਤੇ ਸਿੱਖਿਆ। ਜਾਖੜ ਸਾਹਿਬ ਇੱਕ ਗੱਲ ਹੋਰ, ਬਾਦਲ ਸਾਹਿਬ ਦੇ ਦੇਹਾਂਤ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਜਿਹੜਾ ਟਵੀਟ ਦੇਖਿਆ, ਪ੍ਰਧਾਨ ਮੰਤਰੀ ਸਾਹਿਬ ਨੇ ਟਵੀਟ ਵੀ ਕੀਤਾ, 2 ਟਵੀਟ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ। ਫਿਰ ਖਾਸ ਤੌਰ ਤੇ ਉਹ ਆਪ ਅੰਤਮ ਦਰਸ਼ਨਾਂ ਦੇ ਲਈ ਆਏ, ਕਿਉਂਕਿ ਪ੍ਰਧਾਨ ਮੰਤਰੀ ਬੜਾ ਵਿਅਸਤ ਹੁੰਦਾ, ਉਹਨਾਂ ਦਾ ਪੂਰਾ ਪ੍ਰੋਗਰਾਮ, ਪ੍ਰੋਟੋਕਾਲ ਲੱਗੇ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਦੇ ਹੋਏ ਉਹ ਖੁਦ ਚੰਡੀਗੜ੍ਹ ਆਉਂਦੇ ਨੇ। ਉਸ ਤੋਂ ਬਾਅਦ ਇੱਕ ਆਰਟੀਕਲ ਜਿਹੜਾ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਲੱਗਿਆ, ਉਸ ਦੇ ਵਿੱਚ ਜੋ ਉਹਨਾਂ ਨੇ ਗੱਲਾਂ ਕੀਤੀਆਂ, ਉਹ ਵਾਕਈ ਇਹ ਸਾਰੀਆਂ ਚੀਜ਼ਾਂ ਦਰਸਾਉਂਦਾ ਨੇ ਕਿ ਜਾਣ ਵਾਲੇ ਦੀ ਕਮਾਈ ਕਿੰਨੀ ਵੱਡੀ ਹੈ, ਜਿਹਦੇ ਲਈ ਪ੍ਰਧਾਨ ਮੰਤਰੀ ਖੁਦ ਚੱਲ ਕੇ ਆਏ ਨੇ, ਜਿਹਦੇ ਲਈ ਤੁਹਾਡੀ ਪਾਰਟੀ ਦੇ ਸੀਨੀਅਰ ਆਗੂ, ਭਾਵੇਂ ਕਿ ਤੁਹਾਡੇ ਵਿਚਾਰਕ ਮਤਭੇਦ ਨੇ ਸ਼੍ਰੋਮਣੀ ਅਕਾਲੀ ਦਲ ਨਾਲ, ਪਾਰਟੀ ਦੇ ਸਿਆਸੀ ਮਤਭੇਦ ਨੇ, ਪਰ ਤੁਸੀਂ ਸਾਰੇ ਮਤਭੇਦ ਭੁਲਾ ਕੇ ਤੁਹਾਡੇ ਪਾਰਟੀ ਦੇ ਪ੍ਰਧਾਨ, ਦੇਸ਼ ਦੇ ਪ੍ਰਧਾਨ ਮੰਤਰੀ, ਸੀਨੀਅਰ ਸਾਰੀ ਲੀਡਰਸ਼ਿਪ ਹੈ ਜਿਹੜੀ ਉਹ ਪਹੁੰਚਦੀ ਹੈ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਹੈ ਕਿ ਤੁਸੀਂ ਸਾਰੇ ਸਿਆਸਤ ਤੋਂ ਉੱਪਰ ਉੱਠ ਕੇ ਉੱਥੇ ਆਏ ਹੋ। ਹਰਪ੍ਰੀਤ ਜੀ, ਮੇਰਾ ਮੰਨਣਾ ਹਮੇਸ਼ਾ ਤੋਂ ਰਿਹਾ ਹੈ ਵੀ ਕਿਸੇ ਵੀ ਵਿਅਕਤੀ ਦੀ ਆਇਆ ਜਿਹਨੇ ਇਸ ਦੁਨੀਆ 'ਚ ਸਭ ਨੇ ਜਾਣਾ ਹੈ ਜੀ, ਅਟਲ ਸੱਚਾਈ ਹੈ ਜੀ। ਕਿਸੇ ਬੰਦੇ ਦੀ ਉਮਰ ਤੁਸੀਂ ਕਿੰਨੇ ਸਾਲ ਉਹਨੇ ਸਾਹ ਇੱਥੇ ਭੋਗੇ ਇਸ ਦੁਨੀਆ ਦੇ ਅੰਦਰ, ਉਹਦੇ ਨਾਲ ਨਹੀਂ ਮੈਜ਼ਰ ਕਰ ਸਕਦੇ, ਉਹਨੂੰ ਨਾਲ ਨਹੀਂ ਤੁਸੀਂ ਮਾਪ ਸਕਦੇ ਜੀ। ਮੈਂ ਸਮਝਦਾ ਬੰਦੇ ਦੀ ਉਮਰ ਦਾ, ਬੰਦੇ ਦੀ ਕਮਾਈ ਦਾ ਉਦੋਂ ਪਤਾ ਲੱਗਦਾ ਉਹਦੇ ਜਾਣ ਦੇ ਬਾਅਦ ਕਿੰਨੇ ਅਰਸੇ ਤਾਈਂ ਲੋਕ ਉਹਨਾਂ ਨੂੰ ਯਾਦ ਕਰਦੇ ਹੈ ਤੇ ਕਿਸ ਲਹਿਜੇ 'ਚ ਯਾਦ ਕਰਦੇ। ਪਰ ਜਿੰਦਾ ਜਾਗਦਾ ਸਬੂਤ ਹੈ। ਸਭ ਪ੍ਰਧਾਨ ਮੰਤਰੀ ਸਾਹਿਬ ਤਾਂ ਬਹੁਤ ਵੱਡੇ ਦੇਸ਼ ਦੇ ਅੱਜ ਉਸ ਅਹੁਦੇ ਤੇ ਬੈਠੇ ਹੈ ਜੀ, ਤੇ ਬੜੇ ਇੱਕ ਕੜਤਨ ਵਾਲੇ ਮਾਹੌਲ ਦੇ ਵਿੱਚ ਜਦੋਂ ਨੂੰਹ ਮਾਸ ਦਾ ਰਿਸ਼ਤਾ ਅੱਡ ਹੋਇਆ ਸੀਗਾ ਜੀ ਜੀ, ਉਹਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਇੱਥੇ ਆਣਾ, ਮੈਂ ਸਮਝਦਾ ਬਾਦਲ ਸਾਹਿਬ ਦੀ ਜਿੱਥੇ ਪ੍ਰਧਾਨ ਮੰਤਰੀ ਉਹਨਾਂ ਦੀ ਫੁਰਾਕ ਦਿਲੀ ਦਰਸਾਉਂਦਾ ਹੈ ਜੀ, ਉੱਥੇ ਬਾਦਲ ਸਾਹਿਬ ਦੀ ਕਮਾਈ ਹੈ ਵੀ ਉਹਨਾਂ ਨੇ ਕਦੇ ਵੀ ਰਾਜਨੀਤਿਕ ਮਤਭੇਦ ਨੂੰ ਆਪਣੇ ਨਿੱਜੀ ਸੰਬੰਧਾਂ ਦੇ ਵਿੱਚ ਪਰਛਾਵਾਂ ਨਹੀਂ ਪੈਣ ਦਿੱਤਾ। ਮੈਂ ਜਿੰਦਾ ਜਾਗਦਾ ਸਬੂਤ ਬੈਠਾ ਸਾਹਿਬ। ਹਾਂ ਬਿਲਕੁਲ, ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਤਾਂ ਬਹੁਤ ਨਜ਼ਦੀਕੀ ਸੰਬੰਧ ਰਹੇ ਹੈ। ਜਦੋਂ ਇੱਥੇ ਪੰਜਾਬ 'ਚ ਸੀਗੇ ਤੇ ਉਦੋਂ ਦਾ ਨੂੰਹ ਮਾਸ ਦਾ ਰਿਸ਼ਤਾ, ਇਕੱਠੇ ਬੀਜੇਪੀ ਤੇ ਅਕਾਲੀ ਭਾਈਚਾਰਕ ਸਾਂਝ ਹਮੇਸ਼ਾ ਰਹੀ ਹੈ, ਉਦੋਂ ਸੀਗਾ। ਪਰ ਮੈਂ ਤਾਂ 20 ਸਾਲ ਆਪਣੇ ਐਕਟਿਵ ਪੋਲਿਟਿਕਸ ਦੇ ਬਾਦਲ ਸਾਹਿਬ ਦੇ ਵਿਰੋਧ 'ਚ ਹੀ
2002 'ਚ ਮੈਂ ਪਹਿਲੀ ਵਾਰੀ ਐਮਐਲਏ ਬਣਿਆ ਜਦੋਂ ਅਕਾਲੀ ਦਲ ਦੇ ਸਰਪ੍ਰਸਤ ਦੇ ਤੌਰ ਤੇ ਉਹ ਵਿਰੋਧੀ ਧਿਰ ਦੇ ਨੇਤਾ ਸੀਗੇ ਜੀ ਤੇ ਉਹਦੇ ਬਾਅਦ ਜਦੋਂ 2 ਵਾਰੀ ਮੁੱਖ ਮੰਤਰੀ ਉਹਦੇ ਰਹੇ ਹੈ ਉਦੋਂ ਅਸੀਂ ਆਪੋਜੀਸ਼ਨ 'ਚ ਬੈਠੇ ਸੀਗੇ ਜੀ ਜੀ ਮੈਂ ਸਮਝਦਾ ਵੀ ਉਹਨਾਂ ਦੇ ਬਰਾਬਰ ਦੀ ਸ਼ਖਸੀਅਤ ਮੈਂ ਬਾਰ-ਬਾਰ ਇਸ ਗੱਲ ਨੂੰ ਅੱਜ ਦੁਹਰਾਉਂਦਾ ਚੰਗਾ ਨਹੀਂ ਲੱਗਦਾ ਪਰ ਉਹ ਕਹਿੰਦੇ ਨੇ ਇਸ ਕਿਸਮ ਦੇ ਮਾਡਲ ਵਾਹਿਗੁਰੂ ਨੂੰ ਬਣਾਉਣੇ ਬੰਦ ਕਰਤੇ ਇਸ ਐਂਡ ਆਫ ਅ ਜਨਰੇਸ਼ਨ ਇੱਕ ਉਸ ਕਿਸਮ ਦੀ ਸਿਆਸਤ ਉਸ ਕਿਸਮ ਦੇ ਲੋਕ ਅਣਥੱਕ ਲੋਕ ਜ਼ਮੀਨ ਨਾਲ ਜੁੜੇ ਲੋਕ ਲੋਕਾਂ 'ਚ ਵਿਚਰਨ ਵਾਲੇ ਬਾਰ-ਬਾਰ ਮੈਂ ਚਾਹੇ ਉਸ ਗੱਲ ਦਾ ਮੈਂ ਹਮੇਸ਼ਾ ਰਾਜਨੀਤਿਕ ਵਿਰੋਧ ਸੰਗਤ ਦਰਸ਼ਨਾਂ ਦਾ ਅਸੈਂਬਲੀ 'ਚ ਬੋਲਦੇ ਵੀ ਰਹੇ ਹਾਂ ਜੀ ਪਰ ਸੰਗਤ ਦਰਸ਼ਨ ਦਾ ਪਰਪਸ ਇੱਕ ਛੱਡੋ ਮੈਂ ਸਮਝਦਾ ਵੀ ਬਾਦਲ ਸਾਹਿਬ ਦੀ ਖੁਰਾਕ ਸੀਗੀ ਸੰਗਤ ਦਰਸ਼ਨ ਲੋਕਾਂ 'ਚ ਸੰਗਤ ਦਰਸ਼ਨ ਉਹਨਾਂ ਦੀ ਖੁਰਾਕ ਸੀਗੀ ਉਹ ਹੀ ਉਹਨਾਂ ਨੂੰ એનર્ਜੀ ਦਿੰਦਾ ਸੀ ਲੋਕਾਂ 'ਚ ਵਿਚਰਦੇ ਸੀ ਬੈਠਦੇ ਸੀ ਲੋਕਾਂ ਦੀ એનર્ਜੀ ਟੂ ਵੇ ਟ੍ਰੈਫਿਕ ਲੋਕ ਉਹਨਾਂ ਦਾ ਆਪਣੇ ਕੰਮ ਲੈ ਕੇ ਆਉਂਦੇ ਸੀ ਤੇ ਬਾਦਲ ਸਾਹਿਬ ਉਹਨਾਂ ਤੋਂ એનર્ਜੀ ਲੈਂਦੇ ਸੀ ਉਹਦੇ ਕਰਕੇ ਉਹਨਾਂ ਨੇ ਇੱਕ 96 ਸਾਲ ਦੀ ਇੰਨੀ ਉਮਰ ਭੋਗੀ ਹੈ ਬੜੇ ਤੰਦਰੁਸਤ ਆਈ ਥਿੰਕ ਇਵਨ ਟਿਲ ਦਾ ਲਾਸਟ ਮੋਮੈਂਟ ਜਾਖੜ ਸਾਹਿਬ ਇੱਕ ਹੋਰ ਅਹਿਮ ਸਵਾਲ ਜਦੋਂ ਵਿਧਾਨ ਸਭਾ ਦੇ ਵਿੱਚ ਗੱਲ ਤਾਂ ਡਿੱਗਣ ਹੀ ਨਹੀਂ ਦਿੱਤੀ ਹਰਪ੍ਰੀਤ ਜੀ ਹਾਂ ਮੈਂ ਉਸੇ ਗੱਲ ਤੇ ਆ ਰਿਹਾ ਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਓਪੋਜੀਸ਼ਨ ਲੀਡਰ ਸੀਗੇ ਬੜੀਆਂ ਵੀਡੀਓ ਅੱਜ ਵੀ ਵਾਇਰਲ ਹੁੰਦੀਆਂ ਨੇ ਤੁਸੀਂ ਕੁਝ ਤੰਜ ਕੱਸ ਰਹੇ ਹੋ ਉਹ ਵੀ ਹਾਸੇ ਦੇ ਵਿੱਚ ਉਹ ਜਵਾਬ ਦੇ ਰਹੇ ਨੇ ਕਿ ਤੁਸੀਂ ਮੇਰੇ ਘਰ ਆ ਜਾਂਦੇ ਜਾਂ ਮੈਂ ਤੁਹਾਡੇ ਕੋਲ ਆ ਜਾਂਦਾ ਤੁਸੀਂ ਦੱਸਦੇ ਕਿਵੇਂ ਪਰ ਅੱਜ ਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਅਸੀਂ ਮਾਹੌਲ ਦੇਖਦੇ ਹਾਂ ਤਾਂ ਵਿਰੋਧੀ ਤਰ੍ਹਾਂ ਦੇ ਖਿਲਾਫ ਕਿਵੇਂ ਦੀ ਭਾਸ਼ਾ ਵਰਤੀ ਜਾਂਦੀ ਹੈ ਜਾਂ ਲੈਂਗੁਏਜ ਵਰਤੀ ਜਾਂਦੀ ਹੈ ਕੋਈ ਇਨਸੀਡੈਂਟ ਤੁਹਾਨੂੰ ਯਾਦ ਆਉਂਦਾ ਹੋਵੇ ਵਿਧਾਨ ਸਭਾ ਦੇ ਵਿੱਚ ਕਦੇ ਇਦਾਂ ਦਾ ਕੋਈ ਮਾਹੌਲ ਬਣਿਆ ਹੋਵੇ ਇੱਕ ਇਨਸੀਡੈਂਟ ਹਰਪ੍ਰੀਤ ਜੀ ਮੈਂ ਤਾਂ ਹਰਪ੍ਰੀਤ ਜੀ ਕਿਤਾਬ ਹੀ ਲਿਖ ਸਕਦਾ ਮੇਰੇ ਜਿਹੜੇ ਇਨਸੀਡੈਂਟਸ ਹੈ ਬਾਦਲ ਸਾਹਿਬ ਦੇ ਨਾਲ ਮੈਂ ਤੁਸੀਂ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੋਂ ਉਸ ਤੋਂ ਪਹਿਲਾਂ ਵੀ ਜਦੋਂ ਮੈਂ ਜਦੋਂ ਐਮਐਲਏ ਸੀਗਾ ਉਦੋਂ ਵੀ ਚਾਹੇ ਆਪੋਜੀਸ਼ਨ 'ਚ ਬੈਠੇ ਸੀ ਉਦੋਂ ਵੀ ਪਰ ਤੁਸੀਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਕਰਦੇ ਹੋ ਮੈਨੂੰ ਪਤਾ ਜਿੱਦਣ ਮੈਂ ਜਾ ਕੇ 2012 ਦੇ ਅੰਦਰ ਆਪੋਜੀਸ਼ਨ ਲੀਡਰ ਦਾ ਅਹੁਦੇ ਸੰਭਾਲਦੀ ਮੈਨੂੰ ਜ਼ਿੰਮੇਵਾਰੀ ਸੋਨੀਆ ਜੀ ਨੇ ਦਿੱਤੀ ਜੀ ਤੇ ਬਾਦਲ ਸਾਹਿਬ ਨੇ ਖੜੇ ਹੋ ਕੇ ਜਦੋਂ ਵਧਾਈ ਤੇ ਵੈਲਕਮ ਕਰਨ ਲੱਗੇ ਤੇ ਉਹਨਾਂ ਨੇ ਕਿਹਾ ਕਹਿੰਦਾ ਹਮੇਸ਼ਾ ਚੋਹ ਸਾਹਿਬ ਕਹਿੰਦੇ ਸੀ ਮੈਨੂੰ ਤੇ ਮੈਂ ਹਰੇਕ ਵਾਰ ਟੋਕਦਾ ਸੀ ਮੈਂ ਕਿਹਾ ਬਾਦਲ ਸਾਹਿਬ ਤੁਸੀਂ ਸਾਡੇ ਘਰ 'ਚ ਚੌਧਰੀ ਇੱਕੋ ਹੀ ਹੁੰਦਾ ਤੇ ਵੈਸੇ ਵੀ ਤੁਸੀਂ ਉਮਰ 'ਚ ਵੱਡੇ ਹੋ ਮੈਨੂੰ ਚੌਧਰੀ ਕਹਿਣ ਦੇ ਬਜਾਏ ਸੁਨੀਲ ਕਹਿ ਕੇ ਬੁਲਾਇਆ ਕਰੋ ਮੈਂ ਤੁਹਾਡੇ ਬੇਟੇ ਦੀ ਉਮਰ ਦਾ ਪਰ ਨਹੀਂ ਉਹਨਾਂ ਨੇ ਹਮੇਸ਼ਾ ਕਹਿੰਦੇ ਚੋਹ ਸਾਹਿਬ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਸੇ ਕੁਰਸੀ ਤੇ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਤੇ 35 ਸਾਲ ਪਹਿਲਾਂ 1977 'ਚ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਜੀ ਲੀਡਰ ਆਫ ਆਪੋਜੀਸ਼ਨ ਬਣੇ ਸੀਗੇ ਕਹਿੰਦਾ ਵੱਡੇ ਚੋਹ ਸਾਹਿਬ ਵੀ ਅਸੀਂ ਕੁਰਸੀ ਤੇ ਬੈਠੇ ਸੀਗੇ ਤੇ ਕਹਿੰਦਾ ਉਦੋਂ ਵੀ ਮੈਂ ਮੁੱਖ ਮੰਤਰੀ ਸੀਗਾ ਤੇ ਅੱਜ ਤੁਸੀਂ 35 ਸਾਲ ਦੇ ਬਾਅਦ ਉਸੇ ਕੁਰਸੀ ਤੇ ਬੈਠੇ ਹੋ ਤੇ ਅੱਜ ਵੀ ਮੈਂ ਮੁੱਖ ਮੰਤਰੀ ਹਾਂ ਦੇਖੋ ਉਹਨਾਂ ਦੀ ਗੱਲ ਕਰਨ ਦਾ ਤੁਸੀਂ ਕਹਿੰਦੇ ਉਹਨੇ ਆਪਸ 'ਚ ਤੰਜ ਨਹੀਂ ਸਭ ਮੈਂ ਤਾਂ ਬਹੁਤ ਉਮਰ 'ਚ ਛੋਟਾ ਸੀ ਮੈਂ ਤੁਹਾਨੂੰ ਕੀ ਸਿੱਖਣਾ ਸੀ ਪਰ ਉਹਨਾਂ ਦਾ ਗੱਲ ਕਹਿਣ ਦਾ ਕਹਿੰਦਾ ਨਾ ਗੱਲ ਕਾ ਬਿਆਨ ਕਰਨੇ ਦਾ ਉਹਦਾ ਤਾਂ ਸਲੀਕਾ ਹੀ ਕੁਝ ਹੋਰ ਸੀ ਉਹ ਜਿਵੇਂ ਗੱਲ ਬੜੀ ਮਿੱਠੀ ਜੀ ਤੇ ਪੋਲੀ ਜੀ ਗੱਲ ਕਹਿ ਕੇ ਸਾਰਾ ਕੁਝ ਸਮੇਟ ਦਿੰਦੇ ਸੀ ਤੇ ਕਹਿਣ ਵਾਲੀ ਗੱਲ ਕਹਿ ਵੀ ਦਿੰਦੇ ਸੀਗੇ ਤੇ ਸੁਣਨ ਵਾਲੇ ਨੂੰ ਪਤਾ ਨਹੀਂ ਹੁੰਦਾ ਸੀ ਵੀ ਹੋਇਆ ਕੀ ਤੇਰੇ ਨਾਲ ਕਹਿੰਦਾ ਜ਼ੋਰ ਕਾ ਝਟਕਾ ਧੀਰੇ ਸੇ ਲਗਾ ਬਹੁਤ ਸਾਰੀਆਂ ਉਹਨਾਂ ਨੇ ਮੈਂ ਸਮਝਦਾ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਰਾਜਨੀਤੀ 'ਚ ਬਹੁਤ ਉਹਨਾਂ ਨੇ ਪਰ not as just as a leader of opposition ਜਾਂ ਦੂਜੀ ਪਾਰਟੀ ਮੇਰੇ ਕੰਨੀ ਤਾਂ ਉਹਨਾਂ ਦਾ ਦੇਖੋ I have no compunction in saying ਮੇਰੇ ਕੰਨੀ ਤਾਂ ਲਗਾਵ ਵੀ ਬਹੁਤ ਸੀਗਾ ਚਾਹੇ ਮੈਂ ਆਪੋਜੀਸ਼ਨ ਧਿਰ 'ਚ ਬੈਠਾ ਸੀਗਾ ਪਰ ਹਮੇਸ਼ਾ ਉਹਨਾਂ ਦਾ ਮੇਰੇ ਕੰਨੀ ਬੜਾ ਹਰੇਕ ਪਾਸੇ ਉਹਨਾਂ ਨੇ ਬੜਾ ਲਗਾਵ ਦਿਖਾਇਆ ਸਹੀ ਹਰੇਕ ਗੱਲ ਦੇ ਉੱਤੇ ਗਾਈਡੈਂਸ ਵੀ ਉਹਨਾਂ ਤੋਂ ਲਈ ਇੱਕ ਪੱਤਰਕਾਰ ਨੂੰ ਜਿੱਦਣ ਉੱਥੇ ਫੋਰਟਿਸ 'ਚ ਹਸਪੀਟਲ 'ਚ ਅਜੇ ਉੱਥੇ ਜਦੋਂ ਪੂਰੇ ਹੋਏ ਬਾਦਲ ਸਾਹਿਬ ਰਾਤ ਨੂੰ ਮੈਂ ਜਾ ਕੇ ਦਰਸ਼ਨ ਕਰਨ ਵਾਸਤੇ ਜਦੋਂ ਗਿਆ ਉੱਥੇ ਤੇ ਮੈਨੂੰ ਕਿਸੇ ਨੇ ਬਾਹਰ ਪੱਤਰਕਾਰ ਸਾਥੀ ਨੇ ਪੁੱਛ ਲਿਆ ਕਹਿੰਦਾ ਤੁਸੀਂ ਮੈਂ ਕਿਹਾ ਜੀ ਮੈਂ ਸ਼ਾਇਦ ਏਕਲਵਯ ਹਾਂ ਕਿ ਨਹੀਂ ਪਰ ਜਿਸ ਤਰ੍ਹਾਂ ਮਹਾਭਾਰਤ ਦੇ ਅੰਦਰ ਗੁਰੂ ਦਰੋਣਾਚਾਰਿਆ ਸੀਗੇ ਮੈਂ ਤਾਂ ਦੂਰੋਂ ਬੈਠ ਕੇ ਸਿੱਖਿਆ ਆਪੋਜੀਸ਼ਨ 'ਚ ਸੀਗਾ ਅਕਾਲੀ ਪਾਰਟੀ ਦਾ ਮੈਂਬਰ ਨਹੀਂ ਸੀਗਾ ਪਰ ਮੈਂ ਸਾਹਮਣੇ ਬੈਠ ਕੇ ਉਹਨਾਂ ਦੇ ਵਿਰੋਧ 'ਚ ਦੇਖ ਕੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਇਹ ਉਹਨਾਂ ਦਾ ਬੜਪਣ ਸੀ ਵੀ ਉਹਨਾਂ ਨੇ ਕਦੇ ਉਹ ਕਹਿੰਦੇ ਨੇ ਗੁਰੂ ਦਕਸ਼ਨਾ ਨਹੀਂ ਮੰਗੀ ਏਕਲਵਯ ਤੋਂ ਅੰਗੂਠਾ ਮੰਗ ਲਿਆ ਸੀ ਨਾ ਮਹਾਭਾਰਤ 'ਚ ਉਹਨਾਂ ਨੇ ਕਿਹਾ ਸੀ ਵੀ ਤੂੰ ਬੇਟਾ ਅਰਜੁਨ ਤੋਂ ਤਕੜਾ ਹੋ ਗਿਆ ਤੇ ਅੰਗੂਠਾ ਮੈਨੂੰ ਦੇ ਦੇ ਪਰ ਉਹਨਾਂ ਦਾ ਬੜਪਣ ਸੀ ਤੇ ਮੈਂ ਉਹਨਾਂ ਦੇ ਬਹੁਤ ਹੀ ਉਹਨਾਂ ਦੀ ਸ਼ਖਸੀਅਤ ਦੀ ਦੇਖੋ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਉਸ ਦੌਰਾਨ ਬਹੁਤ ਇਸ਼ੂਜ਼ ਸੀ ਜਿਨ੍ਹਾਂ ਦੇ ਵਿੱਚ ਬੜਾ ਇੱਕ ਟਕਰਾਵ ਸੀਗਾ ਇੱਕ ਆਪੋਜੀਸ਼ਨ ਪਾਰਟੀ ਦੀ ਤਰਫੋਂ ਕਾਂਗਰਸ ਕੰਨਿਓ ਅਕਾਲੀਆਂ ਦੇ ਨਾਲ ਸਾਡਾ ਬੜਾ ਭਾਰੀ ਟਕਰਾਵ ਸੀਗਾ ਬਹੁਤ ਸਾਰੇ ਇਸ਼ੂਜ਼ ਉਸ ਟਾਈਮ ਪੰਜਾਬ ਇੱਕ ਉਬਾਲ 'ਚ ਆਇਆ ਖੜਾ ਸੀ ਲੋਕ ਸੜਕਾਂ ਤੇ ਉਤਰੇ ਖੜੇ ਸੀਗੇ ਬੜਾ ਵਿਰੋਧ ਚੱਲ ਰਿਹਾ ਸੀਗਾ ਵਿਧਾਨ ਸਭਾ 'ਚ ਬੜੀਆਂ ਤਿੱਖੀਆਂ ਤਕਰਾਰਾਂ ਵੀ ਹੋਈਆਂ ਇਨਫੈਕਟ ਇੱਕ ਮੌਕੇ ਦੇ ਉੱਤੇ ਤਾਂ ਸਾਡੇ 9
MLA ਸਾਹਿਬਾਨ ਨੂੰ ਸਸਪੈਂਡ ਕਰਤਾ ਗਿਆ, ਮੇਰੇ ਉੱਤੇ ਮੈਨੂੰ ਬਰਖਾਸਤ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਵਾਸਤੇ ਇੱਕ ਰੈਜ਼ੋਲੂਸ਼ਨ ਪਾਇਆ ਗਿਆ ਜੀ ਪਾਰਟੀ ਕੰਨਿਓ, ਅਕਾਲੀ ਪਾਰਟੀ ਸੇ ਗਵਰਨਮੈਂਟ ਕੰਨਿਓ। ਪਰ ਉਹਦੇ ਬਾਵਜੂਦ ਵੀ ਬਾਦਲ ਸਾਹਿਬ ਦਾ ਮੇਰੇ ਕੰਨੀ ਹਮੇਸ਼ਾ ਹੀ ਬੜਾ ਅਦਬ ਤੇ ਸਲੀਕੇ ਨਾਲ ਤੇ ਬੜਾ ਉਹਨਾਂ ਨੇ ਨਿਮਰਤਾ ਨਾਲ, ਦੇਖੋ ਹਲੀਮੀ, ਨਿਮਰਤਾ, ਧਰਮਾ, ਉਹ ਇਹ ਜਿਹੜੀ ਪੋਲਾਈਟਨੈਸ ਹੈ ਅੱਜ ਦੇ ਤਾਂ ਲੋਕ ਹੈ ਹੀ ਨਹੀਂ, ਉਸ ਗੱਲ ਨੂੰ ਭੁੱਲ ਗਏ ਸਭ। ਉਹ ਤੇ ਇੱਕ ਅੱਡ ਕਿਸਮ ਦੀ ਸਿਆਸਤ ਸੀਗੀ ਜਿਹੜੀ ਬਾਦਲ ਸਾਹਿਬ ਸਾਹਿਬ ਕੱਲ ਜਦੋਂ ਅੰਤਮ ਸੰਸਕਾਰ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਕੱਠੇ ਹੋਏ, ਹਰ ਵਰਗ ਦੇ ਲੋਕ ਸੀਗੇ, ਬਜ਼ੁਰਗ ਵੀ ਸੀ, ਜਵਾਨ ਵੀ ਸੀ, ਬੀਬੀਆਂ ਵੀ ਸੀ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਤਾਂ ਪਤਾ ਨਹੀਂ ਘਾਟਾ ਪਿਆ ਕਿ ਨਹੀਂ ਪਿਆ, ਪਰ ਬਠਿੰਡੇ ਨੂੰ ਘਾਟਾ ਬਹੁਤ ਵੱਡਾ ਪਿਆ, ਕਿਉਂਕਿ ਉਹ ਇੱਕ ਅਜਿਹਾ ਸਿਆਸਤਦਾਨ ਸੀ ਜਿਹਨੇ ਬਠਿੰਡਾ ਵਾਸੀਆਂ ਦੇ ਲਈ ਬਹੁਤ ਕੁਝ ਕੀਤਾ ਜਾਂ ਬਠਿੰਡੇ ਲਈ ਬਹੁਤ ਕੁਝ ਕੀਤਾ, ਔਰ ਕਦੇ ਵੀ ਉਹਨਾਂ ਦੀ ਦੇਣ ਉਹ ਕਹਿੰਦੇ ਨੇ ਕਿ ਬਠਿੰਡਾ ਵਾਸੀ ਜਿਹੜੇ ਕਹਿੰਦੇ ਨੇ ਕਿ ਅਸੀਂ ਭੁੱਲ ਨਹੀਂ ਸਕਦੇ। ਤਾਂ ਤੁਹਾਡਾ ਏਰੀਆ ਵੀ ਲਗਭਗ ਉਧਰਲੀ ਸਾਈਡ ਦਾ ਹੀ ਪੈਂਦਾ, ਪੰਜਾਬ ਦੀ ਬਾਕੀ ਸਾਰੀਆਂ ਥਾਵਾਂ ਛੱਡ ਕੇ ਉਧਰ ਦੇ ਲੋਕਾਂ ਦੀ ਬਾਦਲ ਸਾਹਿਬ ਪ੍ਰਤੀ ਕੀ ਸੋਚ ਸੀ ਜਾਂ ਕਿਵੇਂ ਦੇਖਦੇ ਸੀ, ਉਹਦੇ ਬਾਰੇ ਥੋੜਾ ਜਿਹਾ ਕੋਈ ਵਿਚਾਰ ਦੇਣੇ ਚਾਹੋ। ਸੋਚ ਤਾਂ ਦੇਖੋ ਸਾਡਾ ਏਰੀਆ ਤੇ ਉਹਨਾਂ ਵਾਲਾ ਏਰੀਆ ਇੱਕੋ ਹੀ ਏਰੀਆ ਸੀਗਾ ਜੀ, ਕੋਈ ਸਾਡੇ ਵਾਲੇ ਏਰੀਆ 'ਚ ਕੋਈ ਫਰਕ ਨਹੀਂ। ਸਾਡੇ ਤਾਂ ਏਰੀਆ ਦੇ ਜਮਾ ਤੇ ਜੜ 'ਚ ਹੀ ਬੈਠੇ ਆ ਆਪਸ 'ਚ, ਤੁਸੀਂ ਕਹਿ ਲਓ ਸਾਡਾ ਤਾਂ ਬੱਟ ਸੀਂ ਦਾ ਰਿਸ਼ਤਾ ਹੈ। ਪਰ ਜਿੰਨੇ ਕੋ ਜੁੜੇ ਸੀ ਲੋਕਾਂ ਨਾਲ ਵਿਚਰਦੇ ਸੀ, ਉਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਹੁਣ ਜਦੋਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ, ਉਹ ਪ੍ਰਧਾਨ ਮੰਤਰੀ ਸਾਹਿਬ ਦਾ ਬੜਪਨ ਸੀਗਾ ਇਹਨਾਂ ਦੀ ਸ਼ਖਸੀਅਤ ਨੂੰ, ਤੇ ਮੈਂ ਕਹਿੰਦਾ ਵੀ ਜਦੋਂ ਪੋਲੀਟੀਕਲੀ ਸਰਚਾਰਜਡ ਐਟਮੋਸਫੀਅਰ ਸੀਗਾ ਪੰਜਾਬ ਦੇ ਅੰਦਰ 2019 ਦੇ ਅੰਦਰ ਸਾਹਿਬ, ਬਾਦਲ ਸਾਹਿਬ ਗੰਗਾਨਗਰ ਤੋਂ ਆ ਰਹੇ ਹੈ ਜੀ, ਤੇ ਸਾਡੇ ਪਿੰਡ ਸਾਡੇ ਖੇਤ ਫਾਰਮ ਦੇ ਉੱਤੇ ਬਾਦਲ ਸਾਹਿਬ ਰੁਕ ਕੇ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਆਪ ਚੱਲ ਕੇ ਉੱਥੇ ਮੇਰੇ ਭਤੀਜੇ ਅਜੇ ਜਾਖੜ ਤੇ ਮੇਰਾ ਪੋਤਾ ਜੈਵੀਰ ਜਾਖੜ, ਕਿਉਂਕਿ ਸਜਨ ਭਾਈ ਸਾਹਿਬ ਉੱਥੇ ਸੀਗੇ, ਉਹ ਰੁਕ ਕੇ ਉੱਥੇ ਆਏ ਖੇਤ ਦੇ ਅੰਦਰ, ਬਾਗ ਦੇਖਿਆ ਉਹਨਾਂ ਨੇ, ਨਰਸਰੀ ਦੇਖੀ, ਸਾਰਿਆਂ ਨਾਲ ਸਲਾਹ ਕੀਤੀ। ਬਾਕੀ ਉੱਥੇ ਕਹਿੰਦੇ ਬਾਕੀ ਉਹਨਾਂ ਨੂੰ ਕਹਿੰਦੇ ਕਾਕਾ ਜੀ ਹੋਰ ਕੀ ਕਰ ਰਹੇ ਹੋ ਇੱਥੇ, ਹਲਦੀ ਉੱਥੇ ਲਾ ਰੱਖੀ ਸੀ ਉਹਨਾਂ ਨੇ। ਮਤਲਬ ਕਿਸ ਕਦਰ ਜ਼ਮੀਨ ਨਾਲ ਜੁੜੇ ਸੀ ਤੇ ਕਿੱਡਾ ਉਹਨਾਂ ਦਾ ਲੋਕ ਨਹੀਂ ਤਾਂ ਕਹਿਣ ਵੀ ਆ ਦੇਖੋ ਜੀ ਆ ਆਪੋਜੀਸ਼ਨ ਵਾਲਿਆਂ ਦੇ ਵੜ ਗਏ ਜਾ ਕੇ। ਕੋਈ ਇਹ ਜਿਹੇ ਮਾਹੌਲ ਦੇ ਵਿੱਚ ਉਹਨਾਂ ਦਾ ਆਉਣਾ ਇੱਕ ਬਹੁਤ ਵੱਡਾ ਜੈਸਚਰ ਸੀਗਾ, ਕਿਉਂਕਿ ਉਹਨਾਂ ਦਾ ਵੱਡੇ ਚੌ ਸਾਹਿਬ ਦੇ ਨਾਲ, ਉਹਦੇ ਬਾਅਦ ਮੇਰੇ ਬ੍ਰਦਰ ਸੁਰਗਵਾਸੀ ਸੁਰਿੰਦਰ ਭਾਈ ਸਾਹਿਬ ਨਾਲ, ਉਹ ਖੇਤੀਬਾੜੀ ਖੁਦ ਦੇਖਦੇ ਸੀ ਸੁਰਿੰਦਰ ਜੀ, ਉਹਨਾਂ ਨਾਲ, ਤੇ ਮਿਸਿਸ ਬਾਦਲ ਹੋਰਾਂ ਦਾ ਫੋਨ ਉਹਨਾਂ ਕੋਲ ਆ ਜਾਣਾ। ਖੇਤੀ ਨਾਲ ਜੁੜੇ ਸੀ ਜੀ, ਲੋਕਾਂ ਦੇ ਵਿੱਚ ਉਹ ਇੱਕ ਪਰਿਵਾਰ ਵਾਂਗੂ ਵਿਚਰਦੇ ਸੀ। ਰਾਜਨੀਤੀ ਆਪਣੀ ਜਗ੍ਹਾ ਸੀਗੀ, ਉਸ ਗੱਲ ਦਾ ਠੀਕ ਹੈ। ਉਹਨਾਂ ਦੇ ਕਿੰਨੇ ਕਿੱਸੇ ਹੈ ਜਿਹੜੇ ਇੱਕ ਆਖਰੀ ਕਿੱਸਾ ਜਾਖੜ ਸਾਹਿਬ, ਮੈਂ 2018 ਦੇ ਵਿੱਚ ਬਾਦਲ ਸਾਹਿਬ ਦੀ ਇੰਟਰਵਿਊ ਕੀਤੀ ਸੀ, ਉਦੋਂ ਉਹਨਾਂ ਦੀ ਸਿਹਤ ਨਾਸਾਜ਼ ਸੀ। ਉਹ ਕਹਿੰਦੇ ਮੈਨੂੰ ਜ਼ਿੰਦਗੀ ਦੇ ਵਿੱਚ ਇਸ ਗੱਲ ਦਾ ਸਭ ਤੋਂ ਵੱਡਾ ਦੁੱਖ ਰਹੇਗਾ ਕਿ ਅਟਲ ਬਿਹਾਰੀ ਵਾਜਪੇਈ ਜੀ ਦੇ ਦੇਹਾਂਤ ਤੇ ਮੈਂ ਜਾ ਨਹੀਂ ਸਕਿਆ, ਮੈਂ ਉਹਨਾਂ ਦੇ ਅੰਤਮ ਦਰਸ਼ਨ ਕਰ ਨਹੀਂ ਸਕਿਆ, ਕਿਉਂਕਿ ਮੇਰਾ ਬੜਾ ਕਲੋਜ਼ ਦਾ ਰਿਸ਼ਤਾ ਰਿਹਾ ਸੀ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਰਹਿੰਦੇ ਸਮੇਂ ਤੱਕ, ਜਦ ਤੱਕ ਮੇਰੇ ਸਵਾਸ ਚੱਲ ਰਹੇ ਨੇ, ਉਦੋਂ ਤੱਕ ਮੈਂ ਅਟਲ ਬਿਹਾਰੀ ਵਾਜਪੇਈ ਨੂੰ ਯਾਦ ਕਰਦਾ ਰਵਾਂਗਾ। ਮਤਲਬ ਇੰਨਾ ਕਦਾਵਰ ਲੀਡਰ ਹੋਵੇ, ਉਹ ਵੀ ਤਾਂ ਵੀ ਕਹਿ ਰਿਹਾ, ਕਿਉਂਕਿ ਓਪੋਜੀਸ਼ਨ ਜਦੋਂ ਇਹ ਗੱਠਜੋੜ ਟੁੱਟ ਜਾਂਦਾ ਉਹਦੇ ਬਾਅਦ ਵੀ ਉਹ ਕਹਿੰਦੇ ਨੇ ਕਿ ਮੈਂ ਉਸ ਲੀਡਰ ਨੂੰ ਕਦੇ ਭੁਲਾ ਨਹੀਂ ਸਕਦਾ ਜਿਸ ਲੀਡਰ ਦੇ ਨਾਲ ਮੈਂ ਜੁੜਿਆ ਰਿਹਾ। ਇਹ ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੀ ਜਿਹੜੀ ਹੈ ਪਰਸਨੈਲਿਟੀ ਖੁਦ ਦੀ ਹੁੰਦੀ ਹੈ, ਇੰਡੀਵਿਜੂਅਲ ਦੀ ਪਰਸਨੈਲਿਟੀ ਹੈ, ਫਿਰ ਤੁਸੀਂ ਪਰਵਾਹ ਨਹੀਂ ਕਰਦੇ ਕਿ ਲੋਕ ਤੁਹਾਨੂੰ ਕਹਿਣਗੇ ਕਿ ਦੇਖੋ ਰਲੇ ਹੋਏ ਨੇ, ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਰਲੇ ਹੋਏ ਨੇ, ਅਕਾਲੀ ਦਲ ਤੇ BJP ਵਾਲੇ ਰਲੇ ਹੋਏ ਨੇ। ਤੁਸੀਂ ਇੱਕ ਬੜੀ ਗੱਲ ਕਹਿਤੀ, ਸੌਰੀ ਤੁਹਾਡੇ ਕੋਲ ਟਾਈਮ ਨਹੀਂ ਹੋਣਾ, ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ। ਜਦੋਂ ਡਾਕਟਰ ਮਨਮੋਹਨ ਸਿੰਘ ਕੋਲ ਅਸੀਂ ਤੁਸੀਂ ਗੱਲ ਕੀਤੀ ਏਰੀਏ ਦੀ, ਸਾਡਾ ਏਰੀਆ ਇੱਕੋ ਹੈ। ਜਦੋਂ ਮੀਂਹ ਆਇਆ 2012-13 ਦੇ ਅੰਦਰ, ਸੇਮ ਦਾ ਏਰੀਆ ਵੈਸੇ ਸਾਡਾ ਪ੍ਰਭਾਵਿਤ ਆ, ਪਾਣੀ ਗੋਡੇ ਗੋਡੇ ਸਾਰੇ ਲੱਖਾਂ ਏਕੜ 'ਚ ਖੜ ਗਿਆ ਉੱਥੇ, ਮੁਕਤਸਰ, ਮਲੋਟ, ਬੱਲੂਆਣਾ, ਸਾਦੇ ਅਬੋਹਰ ਵਾਲੇ ਪਾਸੇ ਸਾਰੇ ਪਾਣੀ ਖੜ ਗਿਆ। ਤੇ ਮੈਂ ਵੀ ਉੱਥੇ ਗੇੜਾ ਮਾਰ ਕੇ ਆਇਆ ਸੀਗਾ ਜੀ ਲੀਡਰ ਆਫ ਆਪੋਜੀਸ਼ਨ ਦੇ ਤੌਰ ਤੇ। ਤੇ ਇੱਥੇ ਡਾਕਟਰ ਮਨਮੋਹਨ ਸਿੰਘ ਆਏ, ਇੱਥੇ ਲੋ ਇਨਕਮ ਗਰੁੱਪ ਹਾਊਸਿੰਗ ਉਹਨਾਂ ਨੇ ਅਲਾਟ ਕਰਨੀ ਸੀ, ਤੇ ਉੱਥੇ ਗਵਰਨਰ ਹਾਊਸ 'ਚ ਬਾਦਲ ਸਾਹਿਬ ਨਾਲ ਮੁਲਾਕਾਤ ਹੋਈ। ਤੇ ਉਹਨਾਂ ਨੇ ਕਿਤੇ ਫੋਟੋ ਦੇਖ ਲਈ ਹੋਣੀ, ਜਾਖੜ ਸਾਹਿਬ ਤੁਸੀਂ ਵੀ ਉੱਧਰ ਜਾ ਕੇ ਆਏ ਜੋ ਸਾਹਿਬ? ਮੈਂ ਕਿਹਾ ਜੀ ਹਾਂਜੀ। ਤੇ ਮੈਂ ਕਿਹਾ ਜੀ ਅੱਜ ਮੌਕਾ ਬੜਾ ਹੈ, ਆਏ ਆ ਪ੍ਰਧਾਨ ਮੰਤਰੀ ਤੋਂ ਕੋਈ ਗੱਲ ਕਰੀਏ। ਉਹਨਾਂ ਨੇ ਮੇਰੇ ਕੰਨ ਦੇਖ ਕੇ ਹੱਸ ਕੇ ਕਿਹਾ ਕਰੋਗੇ ਗੱਲ? ਮੈਂ ਕਿਹਾ ਜੀ ਬਿਲਕੁਲ ਕਰਾਂਗੇ। ਤੇ ਜਦੋਂ ਡਾਕਟਰ ਮਨਮੋਹਨ ਸਿੰਘ ਆ ਕੇ ਬੈਠੇ ਜੀ ਡਰਾਇੰਗ ਰੂਮ ਦੇ ਅੰਦਰ ਉੱਥੇ ਗਵਰਨਰ ਹਾਊਸ 'ਚ, ਤੇ ਨੈਚੁਰਲੀ ਉਹਨਾਂ ਨੇ ਬਾਦਲ ਸਾਹਿਬ ਨਾਲ ਗੱਲ
ਘੱਟ ਸੀ, ਚੀਫ ਮਿਨਿਸਟਰ ਸੀਗੇ, ਵੱਡੇ ਸੀਗੇ, ਉਹਨਾਂ ਨਾਲ ਸਾਹਿਬ ਨਾਲ ਗੱਲ ਕੀਤੀ ਤੇ ਹੋਰ ਬਤਾਓ। ਉਹ ਕਹਿੰਦੇ ਜੀ ਪਹਿਲਾਂ ਕੋਈ ਚੌਧਰੀ ਸਾਹਿਬ ਤੁਹਾਨੂੰ ਕੁਝ ਕਹਿਣਗੇ, ਤਾਂ ਉਹਨਾਂ ਦਾ ਬੜਪਣ ਸੀ, ਮੈਨੂੰ ਬੋਲਣ ਦਾ ਮੌਕਾ ਦਿੱਤਾ ਉਹਨਾਂ ਨੇ। ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਜੀ ਸਾਡੇ ਸਾਰਾ ਇਲਾਕਾ ਡੁੱਬਿਆ ਪਿਆ ਹੈ ਤੇ ਸੀਐਮ ਦੀ ਬੜੀ ਸਾਡੇ ਪੀਰੀਨੀਅਲ ਪ੍ਰੋਬਲਮ ਹੈ, ਇਹਦਾ ਕੋਈ ਹੱਲ ਸੈਂਟਰ ਕਰੇ ਤਾਂ ਕਰੇ, ਸਾਡੇ ਵਾਸਤੇ ਦਾ ਰੋਗ ਨਹੀਂ, ਸਾਡੇ ਸਟੇਟ ਕੋਲ ਸੂਬੇ ਕੋਲ ਵਸੀਲੇ ਹੈ ਨਹੀਂ। ਕਹਿੰਦੇ ਅੱਛਾ। ਫਿਰ ਬਾਦਲ ਸਾਹਿਬ ਨੇ ਗੱਲ ਕੀਤੀ, ਆਈ ਗੱਲ ਉਹਨਾਂ ਨੇ ਕੀਤੀ। ਦੇਖੋ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਬਿਲਕੁਲ, ਉਹਨਾਂ ਨੇ ਉੱਥੇ ਹੱਸ ਕੇ ਕਿਹਾ, ਕਹਿੰਦਾ ਬਾਦਲ ਸਾਹਿਬ ਤੇਰੇ ਨਾਲ ਤਾਂ ਬਹੁਤ ਤੁਹਾਡਾ ਰਾਜਨੀਤਿਕ ਤਜਰਬਾ ਹੈ, ਪਰ ਜਿੰਨਾ ਕਿ ਮੇਰਾ ਤਜਰਬਾ ਹੈ, ਮੈਂ ਅੱਜ ਤਾਈਂ ਕਿਤੇ ਵੀ ਲੀਡਰ ਆਫ ਆਪੋਜੀਸ਼ਨ ਤੇ ਚੀਫ ਮਿਨਿਸਟਰ ਦੋਨਾਂ ਨੂੰ ਇਕੱਠੇ ਪੈਰਵਾਈ ਕਿਸੇ ਗੱਲ ਦੀ ਕਰਦੇ ਨਹੀਂ ਦੇਖਿਆ, ਤੁਸੀਂ ਪਹਿਲੀ ਵਾਰੀ ਇਹ ਗੱਲ ਕਰ ਰਹੇ ਹੋ। ਉਹਦੇ ਬਾਅਦ ਨਹੀਂ, ਤੁਸੀਂ ਜਿਹੜੀ ਮੈਂ ਮੇਨ ਗੱਲ ਹੈ ਤਾਂ ਦੋਨਾਂ ਦਾ ਬੜਪਣ ਸੀਗਾ। ਉਹਦੇ ਬਾਅਦ ਜੀ ਕੁਝ ਦਿਨਾਂ ਬਾਅਦ ਫੋਨ ਆਉਂਦਾ ਬਾਦਲ ਸਾਹਿਬ ਦਾ ਮੇਰੇ ਕੋਲ ਕਿ ਚੌ ਸਾਹਿਬ ਦੇਖੋ ਉਹਨਾਂ ਦੇ ਗੱਲ ਦਾ ਸਲੀਕਾ ਦੇਖੋ ਕਿੰਨਾ ਹੈ। ਕਹਿੰਦੇ ਚੌ ਸਾਹਿਬ ਤੁਹਾਨੂੰ ਧਿਆਨ ਹੋਇਆ ਆਪਾਂ ਦੋਨਾਂ ਨੇ ਮਿਲ ਕੇ ਬੇਨਤੀ ਕੀਤੀ ਸੀ ਪ੍ਰਧਾਨ ਮੰਤਰੀ ਨੂੰ। ਮੈਂ ਕਿਹਾ ਜੀ ਮੈਂ ਤਾਂ ਜਿਹੜੀ ਗੱਲ ਕਹਿੰਦੇ ਨਹੀਂ ਆਪਾਂ ਨੂੰ ਬੇਨਤੀ ਕੀਤੀ ਸੀ ਤੇ ਅੱਜ ਉਹਨਾਂ ਨੇ ਮੈਨੂੰ ਬੁਲਾਇਆ ਹੈ ਪਲੈਨਿੰਗ ਕਮਿਸ਼ਨ ਨਾਲ ਟਾਈਮ ਲੈ ਕੇ, ਤੇ ਤੁਸੀਂ ਚੱਲੋਗੇ ਨਾਲ? ਵਾਹ। ਮੈਂ ਕਿਹਾ ਜੀ ਤੁਸੀਂ ਮੈਂ ਚੱਲੂਗਾ ਨਾਲ, ਤੁਸੀਂ ਬਿਲਕੁਲ ਚੱਲਾਂਗੇ ਨਾਲ, ਤੇ ਤੁਸੀਂ ਦੱਸ ਦਿਓ ਜਦੋਂ ਉਹਦਾ ਪ੍ਰੋਗਰਾਮ ਬਣੇ, ਟਾਈਮ ਮੈਨੂੰ ਹਾਜ਼ਰ ਹੁਕਮ ਕਰ ਦਿਓ, ਮੈਂ ਹਾਜ਼ਰ ਹੋ ਜਾਊਂਗਾ। ਤੇ ਕਹਿੰਦਾ ਅੱਛਾ ਮੈਂ ਦੱਸ ਦੂੰਗਾ। ਉਹਨਾਂ ਨੇ ਫੋਨ ਬੰਦ ਕਰਤਾ। ਹਰਪ੍ਰੀਤ ਜੀ 2 ਮਿੰਟ ਬਾਅਦ, ਤੁਸੀਂ ਯਕੀਨ ਨਹੀਂ ਕਰੋਗੇ, 2 ਮਿੰਟ ਬਾਅਦ ਉਹਨਾਂ ਦਾ ਫੋਨ ਆਉਂਦਾ ਮੁੜ ਕੇ। ਅੱਛਾ। ਮੈਂ ਕਿਹਾ ਸਰ ਜੀ, ਕਹਿੰਦੇ ਹੱਸ ਕੇ ਕਹਿੰਦਾ ਚੌਧਰੀ ਸਾਹਿਬ ਤੁਸੀਂ ਹਾਂ ਤਾਂ ਕਰਤੀ, ਪਰ ਦੇਖਿਓ ਕਿਤੇ ਮੇਰੇ ਨਾਲ ਜਾਣ ਕਰਕੇ ਤੁਹਾਨੂੰ ਕੋਈ ਰਾਜਨੀਤਿਕ ਨੁਕਸਾਨ ਨਾ ਹੋ ਜੀ। ਮੈਂ ਕਿਹਾ ਮੈਨੂੰ ਕਾਹਦਾ ਨੁਕਸਾਨ ਹੋਣਾ ਹੈ? ਕਹਿੰਦਾ ਨਹੀਂ ਤੁਹਾਡੀ ਪਾਰਟੀ ਵਾਲੇ ਪਹਿਲੇ ਲੀਡਰ ਤੁਹਾਡੇ ਮਗਰ ਡਾਂਗਾਂ ਲਈ ਫਿਰਦੇ ਹੈ ਤੇ ਉਹਨਾਂ ਨੇ ਜਾ ਕੇ ਕਹਿ ਉੱਥੇ ਰੌਲਾ ਪਾ ਲੈਣਾ ਵੀ ਇਹਦਾ ਬਾਦਲਾਂ ਨਾਲ ਰਲ ਗਿਆ। ਮੈਂ ਕਿਹਾ ਬਾਦਲ ਸਾਹਿਬ ਮੈਂ ਇੰਨਾ ਕਮਜ਼ੋਰ ਨਹੀਂ ਆ, ਮੈਂ ਕਿਸੇ ਕੁਰਸੀ ਦਾ ਮਨ ਲਾਲਚ ਨਹੀਂ ਹੈ ਜੀ, ਕੁਰਸੀ ਮੈਂ ਟੁੱਟੇ ਤੇ ਰੱਖਦਾ, ਮੈਨੂੰ ਕਿਹੜਾ ਯਾਦ ਹੈ, ਤੇ ਮੈਂ ਆਪਾਂ ਪੰਜਾਬ ਦੀ ਗੱਲ ਕਰਨੀ, ਮਾਈ ਕੌਨਸ਼ੀਅੰਸ ਇਜ਼ ਵੈਰੀ ਕਲੀਅਰ। ਆਹੀ ਗੱਲ ਉਹਨੂੰ ਮੈਂ ਕਿਹਾ ਬਿਲਕੁਲ ਚੱਲੂਗਾ। ਕਹਿੰਦਾ ਅੱਛਾ ਠੀਕ ਹੈ। ਫਿਰ ਅਸੀਂ ਗਏ ਸਾਹਿਬ, ਮੈਨੂੰ ਲੈ ਬਾਦਲ ਸਾਹਿਬ ਜਦੋਂ ਟਾਈਮ ਦਿੱਤਾ, ਉਸ ਦਿਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਹੋਈ, ਡਾਕਟਰ ਮਨਟੇਕ ਸਿੰਘ ਆਹਲੂਵਾਲੀਆ ਨਾਲ ਬੈਠ ਕੇ ਗੱਲ ਕੀਤੀ ਹੈ। ਉਹਨਾਂ ਨੇ ਵੀ ਆਹੀ ਆਖਿਆ, ਪਹਿਲੀ ਵਾਰੀ ਇਤਿਹਾਸ ਦੇ ਅੰਦਰ ਇੱਕ ਲੀਡਰ ਆਫ ਆਪੋਜੀਸ਼ਨ ਔਰ ਸੀਐਮ ਇਕੱਠੇ ਆਏ ਨੇ, ਚੀਫ ਮਿਨਿਸਟਰ ਇਕੱਠੇ ਸੂਬੇ ਦੀ ਗੱਲ ਕਰਕੇ ਆਏ ਹੈ, ਤੇ ਸਾਨੂੰ 1200 ਕਰੋੜ ਰੁਪਏ ਦਿੱਤੇ ਸਨ। ਵਾਹ। 1200 ਕਰੋੜ ਰੁਪਏ ਸੀਐਮ ਦੀ ਨਿਕਾਸੀ ਵਾਸਤੇ, ਉਹਦਾ ਇਲਾਜ ਕਰਨ ਵਾਸਤੇ ਸੈਂਟਰਲ ਗਵਰਨਮੈਂਟ ਨੇ ਦਿੱਤੇ। ਤੇ ਬਾਦਲ ਸਾਹਿਬ ਦਾ ਬੜਪਨ ਆਈ ਇੱਥੇ ਖਤਮ ਨਹੀਂ ਹੋ ਗਿਆ। ਉਹਨਾਂ ਨੇ ਅਸੈਂਬਲੀ 'ਚ ਖੜ ਕੇ ਫਿਰ ਉੱਥੇ ਜਿੱਦਣ ਆਇਆ ਪੈਸਾ, ਤੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਡਾਕਟਰ ਮਨਮੋਹਨ ਸਿੰਘ ਨੇ ਪੈਸੇ ਦਿੱਤੇ ਹੈ, ਤੇ ਇਹਦੇ ਵਿੱਚ ਸਾਡੇ ਲੀਡਰ ਆਫ ਆਪੋਜੀਸ਼ਨ ਜਾਖੜ ਸਾਹਿਬ ਨੇ ਵੀ ਅਸੀਂ ਜਾ ਕੇ ਇਕੱਠੀ ਪੈਰਵਾਈ ਕੀਤੀ। ਉਹਨਾਂ ਦਾ ਬੜਪਨ ਸੀਗੇ ਸਾਹਿਬ। ਇਸ ਗੱਲ ਨੂੰ ਕਿਵੇਂ ਕੋਈ ਭੁੱਲ ਸਕਦੇ ਆ? ਕੌਣ ਭੁੱਲ ਸਕਦਾ ਇਸ ਗੱਲ ਨੂੰ? ਮੈਂ ਤਾਂ ਇਸ ਗੱਲ ਦਾ ਹਮੇਸ਼ਾ, ਮੈਂ ਤਾਂ ਇਸੇ ਕਰਕੇ ਕਹਿ ਰਿਹਾ ਵੀ ਨਿੱਜੀ ਸਦਮਾ ਹੈ। ਹੋਰ ਵੀ ਬਹੁਤ ਸਾਰੀਆਂ ਗੱਲਾਂ, ਇੱਕ ਨਿੱਜੀ ਤੌਰ ਤੇ ਵੀ ਉਹਨਾਂ ਨੇ ਬੜਾ ਕੁਛ ਗੱਲਾਂ ਹੈ। ਜੇ ਹੈ ਤੁਹਾਡੇ ਕੋਲ ਟਾਈਮ ਤਾਂ ਮੈਂ ਹਾਂ ਜ਼ਰੂਰ ਜਾਖੜ ਸਾਹਿਬ ਤੁਸੀਂ ਕੰਟੀਨਿਊ ਕਰ ਸਕਦੇ। ਜਾਖੜ ਸਾਹਿਬ ਮੈਂ ਇੱਕ ਗੱਲ ਇਹ ਵੀ ਕਿਤੇ ਸੁਣਨ ਦੇ ਵਿੱਚ, ਦੇਖਣ ਦੇ ਵਿੱਚ ਆਈ ਸੀ ਕਿ ਕਦੇ ਤੁਸੀਂ ਕੋਈ ਪ੍ਰੋਟੈਸਟ ਦੀ ਕੋਈ ਗੱਲ ਕੀਤੀ ਸੀ ਔਰ ਪ੍ਰੋਟੈਸਟ ਕੀਤਾ ਗਿਆ ਸੀਗਾ, ਫਿਰ ਉੱਥੇ ਉਹਨਾਂ ਨੇ ਬੜੇ ਹਲੀਮੀ ਦੇ ਨਾਲ ਉਹ ਪ੍ਰੋਟੈਸਟ ਦੀ ਤੁਸੀਂ ਅਗਵਾਈ ਕਰ ਰਹੇ ਸੀ। ਦੇਖੋ ਉਹ ਤਾਂ ਕਈ ਵਾਰੀ ਹੋਇਆ ਸਰ ਹਰਪ੍ਰੀਤ ਜੀ, ਉਹ ਤਾਂ ਬਹੁਤ ਵਾਰੀ ਹੋਇਆ, ਉਹ ਤਾਂ ਬਹੁਤ ਵਾਰੀ। ਜਦੋਂ ਵੀ ਅਸੀਂ ਜਾ ਕੇ ਧਰਨਾ ਧੁਰਨਾ ਲਾਣਾ, ਉਹਨਾਂ ਨੇ ਇੱਕ ਵਾਰ ਤਾਂ ਮੈਂ ਪਰ ਉਸ ਦਿਨ ਵੀ ਕਹਿ ਰਿਹਾ ਸੀਗਾ, ਮੈਂ ਕਿਹਾ ਉਸ ਦਿਨ ਤਾਂ ਆਪ ਹੈ ਨਹੀਂ ਸੀਗੇ ਉੱਥੇ, ਅਸੀਂ ਜਾ ਕੇ ਉੱਥੇ ਧਰਨਾ ਲਾ ਕੇ ਬਹਿ ਤਿਆਰੀ, ਤੇ ਉਹ ਸੰਧੂ ਸਾਹਿਬ SS ਸੰਧੂ ਇਹਨਾਂ ਦੇ ਸੀਗੇ ਪ੍ਰਿੰਸੀਪਲ ਸੈਕਟਰੀ ਜੀ, ਕਹਿੰਦੇ ਉਹ ਸੰਧੂ ਸਾਹਿਬ ਆਏ ਬਾਹਰ ਕੇ ਜੀ ਮੈਨੂੰ ਸੀਐਮ ਸਾਹਿਬ ਦਾ ਆਦੇਸ਼ ਹੋਇਆ ਵੀ ਜਾਖੜ ਸਾਹਿਬ ਹੋਰੀ ਆਣ ਕੇ ਉਹਨਾਂ ਨੂੰ ਅੰਦਰ ਬੁਲਾ ਕੇ ਚਾਹ ਚੁ ਪਿਆਓ, ਸੈਂਡਵਿਚ ਵਗੈਰਾ ਖਵਾਓ ਉਹਨਾਂ ਨੂੰ। ਮੈਂ ਕਿਹਾ ਨਹੀਂ ਜੀ ਇਸ ਤਾਂ ਗੰਨੇ ਦੀ ਪੇਮੈਂਟ ਵਾਸਤੇ ਆਏ। ਉਹ ਗੱਲ ਇੱਕ ਛੋਟੀ ਗੱਲ ਹੈ ਜੀ, ਉਹ ਤਾਂ ਉਹਨਾਂ ਦਾ ਸੁਭਾਅ ਸੀਗਾ, ਹਰੇਕ ਨੂੰ ਆ ਕੇ ਉਸੇ ਨਿਮਰਤਾ ਨਾਲ ਮਿਲਦੇ ਹੁੰਦੇ ਸੀਗੇ। ਆਪ ਵੀ ਹੁੰਦੇ ਤਾਂ ਉਹਨਾਂ ਨੇ ਮੇਰੇ ਕੋਲ ਫੋਟੋਆਂ ਭਰੀਆਂ ਪਈਆਂ, ਜਦੋਂ ਜਾ ਕੇ ਧਰਨੇ ਲਾਏ ਉਹਦੇ ਨਾਲ ਬੈਠ ਕੇ ਗੱਲਬਾਤ ਹੋਈ ਹੈ। ਪਰ ਇੱਕ ਗੱਲ, ਜਦੋਂ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਉਤਾਰਤਾ ਹਰਪ੍ਰੀਤ ਜੀ, ਆ ਇੱਕ ਗੱਲ ਜ਼ਰੂਰ ਸੁਣਨ ਵਾਲੀ ਹੈ। ਮੈਂ ਸਾਰੇ ਪੰਜਾਬ ਦੇ ਲੋਕਾਂ ਨਾਲ ਵੀ ਇੱਕ ਕਿੱਡਾ ਬੜਪਨ, ਦੇਖੋ ਮੈਨੂੰ ਬੰਦੇ ਦੀ ਕੋਈ ਕੀਮਤ ਨਹੀਂ ਹੁੰਦੀ ਸਾਹਿਬ ਜੀ, ਪਰ ਪਿਆਰ ਨਾਲ ਬੰਦੇ ਨੂੰ ਖਰੀਦ ਸਕਦੇ ਹੋ ਤੁਸੀਂ। ਬਿਲਕੁਲ। ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਲਾਇਆ, ਤੇ ਜਦੋਂ ਮੇਰੇ ਸਕਸੈਸਰ ਜਿਨ੍ਹਾਂ ਨੂੰ ਬਣਾਇਆ ਲੀਡਰ ਆਫ ਆਪੋਜੀਸ਼ਨ, ਉਹਨਾਂ ਦਾ ਫੋਨ ਆ ਗਿਆ ਰਾਤ ਨੂੰ ਮੇਰੇ ਕੋਲ, ਚਾਚਾ ਸਾਹਿਬ ਆਹ ਤੁਹਾਡੀ ਪਾਰਟੀ ਨੇ ਕੀ ਕੀਤਾ? ਮੈਂ ਕਿਹਾ ਜੀ ਉਹਨਾਂ ਦੀ ਜੋ ਪਾਰਟੀ ਦੀ ਇੱਛਾ ਹੈ ਉਹਨਾਂ ਨੇ ਨਹੀਂ। ਚਾਚਾ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਲੀਡਰ ਆਫ ਆਪੋਜੀਸ਼ਨ ਦੇਖੇ ਹੈ, ਤੇ ਉਹਨਾਂ ਨੇ ਮਤਲਬ ਬੜਾ ਹੁੰਗਾਰਾ ਦਿੱਤਾ ਵੀ ਮੈਂ ਤੁਹਾਡੇ, ਬੜਾ ਮੈਨੂੰ ਉਸ ਗੱਲ ਦਾ ਹੌਸਲਾ ਅਫਜ਼ਾਈ ਉਹਨਾਂ ਨੇ ਕੀਤੀ। ਕਹਿੰਦੇ ਮੈਂ ਕਿਹਾ ਚਲੋ ਕੋਈ ਨਹੀਂ ਜੀ, ਪਾਰਟੀ ਦਾ ਫੈਸਲਾ ਹੈ। ਪਰ ਉਹਨਾਂ ਨੇ ਕਈ ਦੇਰ ਤਾਈਂ ਜਦੋਂ ਆ ਗੱਲ ਕੀਤੀ, ਫਿਰ ਮੇਰਾ ਵੀ ਮਨ ਹੋਇਆ, ਤੇ ਮੈਂ ਉਹਨਾਂ ਨੂੰ ਇੱਕ ਗੱਲ ਆਖੀ,
ਮੈਂ ਕਿਹਾ ਬਾਦਲ ਸਾਹਿਬ ਜੇ ਕਿਤੇ ਆਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ 2-3 ਵਾਰੀ, ਸੌਰੀ ਮੈਂ ਇੰਟਰਰਪਟ ਕਰ ਰਿਹਾ ਤੁਹਾਨੂੰ, ਮੈਂ ਕਿਹਾ ਜੀ ਤੁਸੀਂ ਜਿਹੜੀ ਆਹ ਗੱਲ ਕਈ ਵਾਰੀ ਕਹਿਤੀ, ਆਹ ਕਿਤੇ ਜੇ ਵੱਡੇ ਚੌ ਸਾਹਿਬ ਨੂੰ, ਜਾਖੜ ਸਾਹਿਬ ਨੂੰ ਕਿਤੇ ਕਹਿ ਦਿੰਦੇ ਵੀ ਸੁਨੀਲ ਨੇ ਆਪਣਾ ਰੋਲ ਜਿਹੜਾ ਹੈ ਬਹੁਤ ਵਧੀਆ ਨਿਭਾਇਆ ਹੈ, ਤੇ ਮੈਂ ਕਿਹਾ ਜੀ ਮੇਰੀ ਰਾਜਨੀਤਿਕ ਤਪੱਸਿਆ ਸਫਲ ਹੋ ਜਾਣੀ ਸੀਗੀ। ਉਹਨਾਂ ਦਾ ਜਵਾਬ ਸੀ, ਕਹਿੰਦਾ ਨਹੀਂ ਨਹੀਂ ਤੁਸੀਂ ਕੀ ਗੱਲ ਕਰੀ ਜਾਂਦੇ ਚੌ ਸਾਹਿਬ, ਵੱਡੇ ਚੌ ਸਾਹਿਬ ਨੂੰ ਕਿਹੜਾ ਪਤਾ ਨਹੀਂ, ਸਾਰੀ ਦੁਨੀਆ ਜਾ ਕੇ ਕਹਿੰਦੀ ਹੈ, ਉਹਨਾਂ ਨੂੰ ਪਤਾ ਜ਼ਰੂਰ ਹੈ ਵੀ ਤੁਸੀਂ ਬੜਾ, ਸਾਰੇ ਪੰਜਾਬ ਪਤਾ ਹੈ ਠੀਕ ਕੰਮ ਕੀਤਾ ਤੁਸੀਂ। ਮੈਂ ਕਹਿੰਦੀ ਜੀ ਲੋਕਾਂ ਦਾ ਕਹਿਣਾ ਇੱਕ ਹੋਰ ਹੈ, ਤੁਹਾਡੇ ਮੂੰਹੋਂ ਸੁਣਦੇ ਤੇ ਸ਼ਾਇਦ ਕਿਉਂਕਿ ਤੁਹਾਡੇ ਕੁਲੀਗ ਵੀ ਰਹੇ, ਤੁਸੀਂ ਮੁੱਖ ਮੰਤਰੀ ਹੋ। ਕਹਿੰਦੇ ਨਹੀਂ ਨਹੀਂ ਉਹਨਾਂ ਨੂੰ ਪਤਾ ਹੈ। ਗੱਲ ਖਤਮ ਹੋ ਗਈ ਜੀ। 3-4 ਦਿਨ ਬਾਅਦ ਉਹਨਾਂ ਦੇ ਪਰਸਨਲ ਸੈਕਟਰੀ ਦਾ ਫੋਨ ਆਇਆ ਮੇਰੇ ਕੋਲ, ਤੁਸੀਂ ਦੇਖੋ ਸਾਹਿਬ, ਤੇ ਮੈਨੂੰ ਕਹਿੰਦੇ ਚੌ ਸਾਹਿਬ ਮੈਨੂੰ ਸੀਐਮ ਸਾਹਿਬ ਨੇ ਕਿਹਾ ਵੀ ਸੁਨੀਲ ਜੀ ਤੋਂ ਵੱਡੇ ਚੌ ਸਾਹਿਬ ਦਾ ਐਡਰੈਸ ਲਓ ਦਿੱਲੀ ਦੇ ਅੰਦਰ। ਤੇ ਮੈਂ ਉਹਨੂੰ ਕਿਹਾ ਜੇ ਹੈਗੇ ਕੋਲ ਤਾਂ ਮੇਰੀ ਗੱਲ ਕਰਾ ਦਿਓ। ਕਹਿੰਦੇ ਨਹੀਂ ਜੀ ਉਹਨਾਂ ਨੇ ਐਡਰੈਸ ਮੰਗਿਆ ਸੀ। ਮੈਂ ਕਿਹਾ ਮੈਂ ਸਮਝਦਾ ਐਡਰੈਸ ਮੰਗਿਆ ਉਹਨੇ, ਪਰ ਮੇਰੀ ਗੱਲ ਕਰਾ ਦਿਓ ਜੀ। ਕਹਿੰਦਾ ਮੀਟਿੰਗ 'ਚ ਹੈ। ਮੈਂ ਕਿਹਾ ਜੀ ਫਰੀ ਹੋਣ ਉਦੋਂ ਕਰਾ ਦਿਓ। 10-15 ਮਿੰਟ ਬਾਅਦ ਸੀਐਮ ਸਾਹਿਬ ਦਾ ਫੋਨ ਆ ਗਿਆ ਤੇ ਮੈਨੂੰ ਕਹਿੰਦੇ ਚੌ ਸਾਹਿਬ ਮੈਂ ਵੱਡੇ ਚੌ ਸਾਹਿਬ ਨੂੰ ਮਿਲਣ ਜਾਣਾ ਤਾਂ ਉਹਨਾਂ ਦਾ ਐਡਰੈਸ ਮੈਨੂੰ ਦਿੱਲੀ ਦਾ ਦੇ ਦਿਓ। ਦੇਖੋ ਉਹਨਾਂ ਨੇ ਮੇਰੀ ਗੱਲ ਫੜ ਕੇ, ਗੱਲ ਉਹਨਾਂ ਨੇ ਉਦੋਂ ਕੁਝ ਨਹੀਂ ਕਿਹਾ, ਪਰ ਉਸ ਗੱਲ ਦੀ ਕਦਰ ਪਾ ਕੇ ਉਹ ਚੌ ਸਾਹਿਬ ਨੂੰ ਜਾ ਕੇ ਮਿਲ ਕੇ ਆ ਕਨਵੇ ਕਰਨ ਵਾਸਤੇ ਮੈਂ ਕਿਹਾ ਸਰ ਮੈਂ ਤੁਸੀਂ ਪੂਰੀ ਗੱਲ ਮੈਂ ਕਹੀ ਸੀ 6 ਮਹੀਨੇ ਪਹਿਲੇ, ਕਿਉਂਕਿ ਉਦੋਂ ਮੇਰੇ ਪਿਤਾ ਚੌ ਸਾਹਿਬ ਦੀ ਤਬੀਅਤ ਬ੍ਰੇਨ ਸਟ੍ਰੋਕ ਕਰਕੇ ਮੈਂ ਕਿਹਾ ਜੀ ਹੁਣ ਉਹਨਾਂ ਦੀ ਪੋਜੀਸ਼ਨ ਹੀ ਇਜ਼ ਨਾਟ ਵੈਲ, ਪਰ ਮੈਂ ਕਿਹਾ ਜੀ ਮੈਂ ਤੁਹਾਡਾ ਇਸ ਗੱਲ ਦਾ ਤੁਸੀਂ ਇੰਨਾ ਬੜਾਪਨ ਦਿਖਾਇਆ ਜਾ ਕੇ ਕਿ ਨਹੀਂ ਮੈਂ ਇਸ ਬਹਾਨੇ ਉਹਨਾਂ ਦੀ ਸਿਹਤ ਵੀ ਚੈੱਕ ਕਰਕੇ ਮੈਂ ਕਿਹਾ ਜੀ ਹੁਣ ਉਹਨਾਂ ਦੀ ਪੋਜੀਸ਼ਨ ਹਾਲਾਤ ਸਿਹਤ ਠੀਕ ਹੈ ਨਹੀਂ। ਪਰ ਦੇਖੋ ਐਡਾ ਲਗਾਵ, ਐਡਾ ਮਤਲਬ ਇਸ ਭਾਵਨਾ ਦਾ ਕਦਰ ਕਰਨਾ ਵੀ ਸੁਨੀਲ ਇਸ ਗੱਲ ਦਾ ਹੀ ਵੀ ਸੁਨੀਲ ਸਮਝਦਾ ਵੀ ਜਾ ਕੇ ਮੈਂ ਚੌ ਸਾਹਿਬ ਨੂੰ ਇਹ ਗੱਲ ਕਹਿ ਦਿਆਂ। ਕੌਣ ਕਹਿੰਦਾ ਸਾਹਿਬ? ਕੋਈ ਨਹੀਂ ਕਹਿੰਦਾ। ਕੌਣ ਕਹਿੰਦਾ ਵੀ ਤੁਸੀਂ ਮੇਰੇ ਨਾਲ ਜਾਓਗੇ ਤੁਹਾਡਾ ਰਾਜਨੀਤਿਕ ਨੁਕਸਾਨ ਹੋ ਜਾਊਗਾ? ਹਰੇਕ ਕੋ ਸੋਚਦਾ ਵੀ ਚੰਗਾ ਇਹਦੀ ਮੰਜੀ ਠੁਕ ਜੇ, ਆ ਵੀ ਠੀਕ ਹੈ। ਆਹ ਤਾਂ ਅੱਜ ਦੀ ਰਾਜਨੀਤੀ ਹੈ ਸਾਹਿਬ। ਇਸ ਰਾਜਨੀਤੀ ਦੇ ਅੰਦਰ ਇਸ ਕਿਸਮ ਦੀ ਸ਼ਖਸੀਅਤ ਦਾ ਹੋਣਾ ਸਭ ਮੇਰੇ ਵਾਸਤੇ ਤਾਂ ਬਹੁਤ ਵੱਡੀ, ਮੈਂ ਸਮਝਦਾ ਵੀ ਮੇਰੀ ਪਰਸਨਲ ਘਾਟ ਹੈ, ਤੇ ਉਹਨਾਂ ਦੀ ਘਾਟ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਰਹੂਗੀ। ਇੱਕ ਜ਼ਿਮੀਂਦਾਰ ਜਿਨ੍ਹਾਂ ਨੇ ਹੱਥੀਂ ਖੇਤੀ ਕੀਤੀ ਸੀ, ਬਾਕੀ ਤਾਂ ਲੋਕਾਂ ਨੇ ਜਵਾਨੀ ਜਮ੍ਹਾਂ ਖਰਚ ਕੀਤੀਆਂ ਸਭ ਜੀ, ਹੱਥੀਂ ਖੇਤੀ ਕੀਤੀ ਸੀ, ਉਹਨਾਂ ਦਾ ਨੁਕਸਾਨ ਸਾਰੇ ਮਹਿਸੂਸ ਕਰਨਗੇ ਤੇ ਉਹਨਾਂ ਨੂੰ ਇਸ ਦ੍ਰਿਸ਼ਟੀ ਨਾਲ ਸਾਰੇ ਦੇਖਣਗੇ। ਬਿਲਕੁਲ ਠੀਕ। ਤੇ ਉਹਨਾਂ ਮੈਂ ਸਮਝਦਾ ਵੀ ਬਹੁਤ ਬਹੁਤ ਧੰਨਵਾਦ ਜਾਖੜ ਸਾਹਿਬ, ਸਾਡੇ ਨਾਲ ਤਮਾਮ ਗੱਲਬਾਤ ਕਰਨ ਲਈ, ਆਪਣੇ ਨਿੱਜੀ ਐਕਸਪੀਰੀਅੰਸ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੁਨੀਲ ਜਾਖੜ ਸਾਹਿਬ, ਜਿਹੜੇ ਕਿਉਂਕਿ ਜਿਹੜੇ ਜਿਨ੍ਹਾਂ ਦੇ ਨਾਲ ਬਲ ਸਾਹਿਬ ਹੋਰਾਂ ਦੀ ਕੋਈ ਗੱਲਬਾਤ ਹੋਈ ਹੈ ਜਾਂ ਨਿੱਜੀ ਐਕਸਪੀਰੀਅੰਸ ਨੇ, ਉਹ ਹੁਣ ਸੁਣ ਕੇ ਪਤਾ ਲੱਗਦਾ ਕਿ ਕਿੱਦਾਂ ਦੀ ਸ਼ਖਸੀਅਤ ਸੀ ਜਾਂ ਕਿੱਦਾਂ ਦੀ ਉਹਨਾਂ ਦੀ ਕਮਾਈ ਸੀ। ਅੱਜ ਕੱਲ੍ਹ ਦੇ ਸਿਆਸਤਦਾਨ ਤੇ ਉਦੋਂ ਦੇ ਸਿਆਸਤਦਾਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਇਸੇ ਕਰਕੇ ਇੱਕ ਯੁੱਗ ਦਾ ਅੰਤ ਹੋ ਗਿਆ, ਅਸੀਂ ਇਸੇ ਲਈ ਕਹਿ ਰਹੇ ਹਾਂ।